Good morning, students. Today we will discuss one of the sophisticated state of the art equipment, instrument, I should say, used in oftenly, frequently in optical fiber communication. Uh, that is optical time domain reflectometer. Okay. This is a versatile universal instrument, especially used in optical fiber communication. Let me tell you how I can compare this with the CRO, especially when we are using CRO, um, cathode ray oscilloscope, whether analog or digital, DSO or analog, single trace or dual trace. While performing the practical of electronics, we want to see some observation that is meant for. So this particular equipment, I mean instrument, is equipped, I can say, fully filled with the number of attributes, ਗੁਣ virtues, features, ਬਹੁਤ ਸਾਰੇ ਗੁਣ ਨੇ ਇਹਦੇ ਵਿੱਚ, ਠੀਕ ਨਹੀਂ? ਤੇ ਪੰਜਾਬੀ ਚ ਮੈਂ ਦੱਸ ਦੇਵਾਂ ਇਹਦਾ, ਥੋੜਾ ਮੈਨੂੰ ਰਿਸਪੌਂਡ ਕਰਦੇ ਜਾਇਆ ਕਰੋ ਬੇਟੇ, ਹਾਂ ਹਾਂ ਮਾੜਾ ਮੋਟੀ ਬੋਲਦੀ ਜਾਇਆ ਕਰੋ। ਹੈਲੋ। हाँ जी सर। ਹਾਂ, ਇਸ ਦਾ ਪੰਜਾਬੀ ਵਿੱਚ ਇਹ ਰੋਲ ਹੈ ਕਿ ਜਿੱਦਾਂ ਕਈ ਵਾਰੀ ਹੁਣ ਦੇਖੋ, ਮੰਨ ਲਓ ਤੁਸੀਂ ਅੰਮ੍ਰਿਤਸਰ ਤੋਂ ਕਪੂਰਥਲੇ ਜਾਂ ਜਲੰਧਰ ਤੋਂ ਲੁਧਿਆਣੇ ਜਾ ਰਹੇ ਆ, ਤਾਂ ਜਲੰਧਰ ਜਿਹੜਾ ਮੇਨ ਟਰਾਂਸਮਿਸ਼ਨ ਸੈਂਟਰ ਹੈ, ਤੇ ਬਾਇਆ ਫਗਵਾੜਾ ਗਰਾਇਆ ਅੱਗੇ ਵਿੱਚ ਆਉਣੀ ਆ, ਉਸ ਤੋਂ ਪਹਿਲਾਂ ਝੇੜੂ ਆ ਜਾਂਦਾ, ਹਵੇਲੀ ਆ ਜਾਂਦੀ, ਲਵਲੀ ਆ ਜਾਂਦੀ ਹੈ ਨਾ, ਇਹ ਸਾਰੇ ਤੋਂ ਆਪਟੀਕਲ ਫਾਈਬਰ ਜਿਹੜੀ ਲੇਡ ਡਾਊਨ ਕੀਤੀ ਆ, ਥੱਲੇ ਕੇਬਲਿੰਗ ਪਾਈਆਂ ਸਾਰੀਆਂ। ਤੋਂ ਕਈ ਵਾਰੀ ਕੀ ਹੈ, ਡਿਗਿੰਗ ਕਰਦੇ ਆ ਜਾਂ ਕਾਰਪੋਰੇਸ਼ਨ ਵਾਲੇ ਜਾਂ ਸੜਕਾਂ ਬਣਾਉਣ ਵਾਲੇ, ਉਹ ਆਪਟੀਕਲ ਫਾਈਬਰ ਕੱਟ ਜਾਂਦੀ ਆ, ਤੇ ਫਿਰ ਅੱਗੇ ਜਿਹੜਾ ਸਿਗਨਲ ਪਹੁੰਚ ਨਹੀਂ ਪਾਉਂਦਾ, ਕਈ ਵਾਰੀ ਵੈਲਿਊ ਇਨਫੋਰਮੇਸ਼ਨ ਰਹਿ ਜਾਂਦੀ ਆ। ਉਸ ਕੱਟੀ ਹੋਈ ਫਾਈਬਰ ਜਾਂ ਦੂਸਰੇ ਫਾਰ ਐਂਡ ਤੇ ਡੈਸਟੀਨੇਟਿੰਗ ਐਂਡ ਤੇ ਇਨਫੋਰਮੇਸ਼ਨ ਨਾ ਪਹੁੰਚਣੀ, ਤੇ ਜਿਹੜਾ ਟਰਾਂਸਮਿਟਿੰਗ ਐਂਡ ਆ, ਜਿੱਥੋਂ ਸੈਂਡਰ ਐਂਡ ਆ, ਉਹਨੂੰ ਕਿੱਦਾਂ ਪਤਾ ਲੱਗੂਗਾ ਵੀ ਮੇਰੀ ਫਾਈਬਰ ਕਿੱਥੋਂ ਕੱਟੀ ਆ, ਹਨਾ, ਕਿੰਨੇ ਡਿਸਟੈਂਸ ਤੇ ਕੱਟੀ, ਹਨਾ। ਜਿੱਦਾਂ ਮੰਨ ਲਓ, ਮਤਲਬ ਜਲੰਧਰੋਂ ਟਰਾਂਸਮਿਸ਼ਨ ਜਾ ਰਹੀ ਹੈ ਲੁਧਿਆਣੇ ਵਾਸਤੇ ਸਪੋਜ਼, ਤੇ ਕੱਟ ਗਈ ਕਿਤੇ ਫਗਵਾੜੇ ਤੋਂ ਗਰਾਇਆ ਦੇ ਵਿਚਕਾਰ ਕੱਟ ਗਈ, ਗਹੌਰ ਹੈ ਇੱਕ ਪਿੰਡ ਆਉਂਦਾ, ਜਾਂ ਗਰਾਇਆ ਤੋਂ ਫਲੌਰ ਦੇ ਵਿਚਕਾਰ ਭੱਟੀਆਂ ਪਿੰਡ ਆਉਂਦਾ, ਉੱਥੇ ਕੱਟ ਗਈ ਮੰਨ ਲਓ, ਹਨਾ। ਪਰ ਕਿੱਦਾਂ ਜਿਹੜਾ ਸੈਂਡਰ ਬੈਠਾ ਟਰਾਂਸਮਿਟਿੰਗ ਐਂਡ ਤੇ, ਜਿਹੜਾ ਉਹਨੂੰ ਕਿੱਦਾਂ ਪਤਾ ਲੱਗੂਗਾ ਵੀ ਟਰਾਂਸਮਿਸ਼ਨ ਸੈਂਟਰ ਤੇ ਵੀ ਕਿੱਥੋਂ ਫਾਈਬਰ ਕੱਟੀ ਆ, ਕਿੱਦਾਂ ਪਤਾ ਲੱਗੇਗਾ? ਸੋ ਇਹ ਇੱਕ ਐਸਾ ਇੰਸਟਰੂਮੈਂਟ ਹੈ ਜਿਹੜਾ ਸਿਰਫ ਉਹ ਡਿਸਟੈਂਸ, ਕਿਸ ਰੇਂਜ ਤੇ ਉਹ ਕੱਟਿਆ, ਫਾਈਬਰ ਕੱਟੀ ਆ, ਉੱਥੋਂ ਹੀ ਨਹੀਂ ਉਹਨੂੰ ਦੱਸੇਗਾ, ਬਲਕਿ ਇਹ ਰੇਂਜ ਵੀ ਮੈਜ਼ਰ ਕਰੇਗਾ, ਤੇ ਦੂਸਰਾ ਡਿਸਟੈਂਸ, ਤੇ ਦੂਸਰਾ ਇਹ ਆ ਕਿ ਜਿਹੜਾ ਹੁਣ ਤੁਹਾਨੂੰ ਮੈਂ ਇੱਕ ਦੱਸਿਆ ਸੀ ਵਿੱਚੋਂ ਕਨੈਕਟਰ, ਜਦੋਂ ਮੈਂ ਪੜ੍ਹਾਇਆ ਆਪਟੀਕਲ ਫਾਈਬਰ ਦੀ ਫੈਬਰੀਕੇਸ਼ਨ ਪੜ੍ਹਾਈ, ਫਿਰ ਕਨੈਕਟਰ ਦੇ ਨਾਲ ਨਾਲ ਮੈਂ ਸਪਲਾਈਸਿੰਗ ਪੜ੍ਹਾਈ, ਫਿਊਜ਼ਨ ਤੇ ਮਕੈਨੀਕਲ ਸਪਲਾਈਸਿੰਗ ਔਰ ਕਨੈਕਟਰਾਈਜੇਸ਼ਨ। ਆਪਾਂ ਇਹ ਦੇਖਦੇ ਸੀ ਕਿ ਜਦੋਂ ਵੀ ਫਾਈਬਰ ਨੂੰ ਫਾਈਬਰ ਦੇ ਨਾਲ ਜੋੜਨਾ, ਜਦੋਂ ਸਪਲਾਈਸਿੰਗ ਕਰਦੇ ਹਾਂ ਉਹ ਪਰਮਾਨੈਂਟ ਕਨੈਕਸ਼ਨ ਬਣਦਾ, ਤੇ ਜੇ ਅਸੀਂ ਕਿਸੇ ਕਨੈਕਟਰ ਦੇ ਥਰੂ ਜੋੜ ਦਈਏ, ਜਿੱਦਾਂ ਮੈਂ ਤੁਹਾਨੂੰ ਉਦੋਂ ਪ੍ਰੈਕਟੀਕਲ ਕਰਾਏ ਸੀ, ਉਹ ਟੈਂਪਰੇਰੀ ਕਨੈਕਸ਼ਨ ਬਣਦਾ, ਕਿਉਂਕਿ ਕਨੈਕਟਰ ਨੂੰ ਕਨੈਕਟ ਤੇ ਡਿਸਕਨੈਕਟ ਆਪਣੀ ਮਰਜ਼ੀ ਨਾਲ ਕੀਤਾ ਜਾ ਸਕਦਾ, ਤਾਂ ਅਸੀਂ ਟੈਂਪਰੇਰੀ ਕਨੈਕਸ਼ਨ ਕਹਿੰਦੇ ਹਾਂ। ਕਲੀਅਰ ਹੋਈ ਗੱਲ? ਹੈਲੋ, ਹਾਂ ਬੱਚੋ? हाँ जी सर। हाँ, क्लियर होई, ठीक है। ਤੇ ਜਿੱਥੋਂ ਤੱਕ ਆਪਾਂ ਉਹਦੀ ਗੱਲ ਕਰਦੇ ਆ, ਹਾਂ, ਫਿਰ ਜਿਹੜੀ ਲਾਈਟ ਹੈ, ਜਿੱਦਾਂ ਹੁਣ ਇਲੈਕਟ੍ਰੀਕਲ ਦੇ ਵਿੱਚ ਵੀ ਜੇ ਆਪਾਂ ਟਰਾਂਸਮਿਟਿੰਗ ਐਂਡ ਤੋਂ ਸਿਗਨਲ ਭੇਜੀਏ ਫਾਰ ਐਂਡ ਤੇ, ਜੇ ਤਾਂ ਸੋਰਸ ਤੇ ਲੋਡ ਦੀ ਇੰਪੀਡੈਂਸ ਮੈਚ ਕਰਦੀ ਆ, ਫਿਰ ਤਾਂ ਸਾਰਾ ਸਿਗਨਲ ਰਿਸੀਵਿੰਗ ਐਂਡ ਤੇ ਅਬਜ਼ੌਰਬ ਹੋ ਜਾਂਦਾ, ਜਾਨੀ ਰਿਸੀਵ ਹੋ ਜਾਂਦਾ। ਜੇ ਦੂਸਰਾ ਐਂਡ ਫਾਰ ਐਂਡ ਜਾਨੀ ਓਪਨ ਸਰਕਟ ਆ ਜਾਂ ਸ਼ਾਰਟ ਸਰਕਟ ਆ, ਜਾਂ ਸੋਰਸ ਤੇ ਲੋਡ ਦੀ ਇੰਪੀਡੈਂਸ ਮੈਚ ਨਹੀਂ ਕਰ ਰਹੀ, ਫਿਰ ਕੁਝ ਪਾਰਟ ਅਬਜ਼ੌਰਬ ਹੋ ਜਾਂਦਾ, ਮੈਕਸਿਮਮ ਪਾਰਟ ਰਿਫਲੈਕਟ ਹੋ ਜਾਂਦਾ, ਔਰ 2-4% ਪਾਰਟ ਰੇਡੀਏਟ ਵੀ ਹੋ ਜਾਂਦਾ, ਤਾਂ ਉਸ ਕੇਸ ਦੇ ਵਿੱਚ ਡਿਸਟੋਰਸ਼ਨ ਆਉਂਦੀ ਹੈ। ਇੱਥੇ ਵੀ ਇਦਾਂ ਆ ਵੀ, ਕਿਉਂਕਿ ਆਪਾਂ ਜਿਹੜਾ ਸਿਗਨਲ ਭੇਜ ਰਹੇ ਉਹ ਤਾਂ ਆਪਟੀਕਲ ਸਿਗਨਲ ਹੈ, ਲਾਈਟ ਹੈ, ਔਰ ਫਾਈਬਰ ਸਾਨੂੰ ਚਾਹੀਦਾ, ਤੇ ਵਾਪਸੀ ਜੇ ਕਿਉਂਕਿ ਫਾਈਬਰ ਉੱਥੋਂ ਕੱਟ ਗਿਆ, ਓਪਨ ਹੋ ਗਿਆ, ਤਾਂ ਓਪਨ ਦਾ ਮਤਲਬ ਜਿਹੜਾ ਹੁਣ ਟਰਾਂਸਮਿਟਿੰਗ ਐਂਡ ਆ, ਤੇ ਜਿੱਥੋਂ ਕੱਟ ਗਿਆ ਉਹ ਰਿਸੀਵਿੰਗ ਐਂਡ ਹੋਇਆ, ਤਾਂ ਇੰਪੀਡੈਂਸ ਮੈਚ ਨਹੀਂ ਕਰਨੀ, ਉਹਦੇ ਕਰਕੇ ਸਿਗਨਲ ਇਨ ਦੀ ਫਾਰਮ ਆਫ ਲਾਈਟ ਵਾਪਸ ਆਏਗਾ। ਕਲੀਅਰ ਹੋਈ ਗੱਲ? ਕਲੀਅਰ ਹੋਈ? हाँ जी सर। ਹਾਂ, ਜਾਨੀ ਰਿਫਲੈਕਸ਼ਨ ਹੋਏਗੀ। ਆਪਾਂ ਮੈਂ ਤੁਹਾਨੂੰ ਪੜ੍ਹਾਇਆ ਸੀ ਫਾਈਬਰ ਨੂੰ ਫਾਈਬਰ ਨਾਲ ਜੋੜਨਾ, ਜਾਂ ਸਪਲਾਈਸਿੰਗ ਵੇਲੇ, ਕਨੈਕਟਰਾਈਜੇਸ਼ਨ ਵੇਲੇ ਵੀ ਜਿਹੜੀ ਰਿਫਲੈਕਸ਼ਨ ਹੈ, ਰਿਫਲੈਕਟੈਂਸ ਪੜ੍ਹਾਈ ਸੀ, ਉਹਦੇ ਵਿੱਚ ਫਰੈਜ਼ਨਲ ਲਾ ਪੜ੍ਹਾਇਆ ਸੀ। ਫਿਰ ਮੈਂ ਤੁਹਾਨੂੰ ਕਿਹਾ ਸੀ ਕਿ ਲਾਈਟ ਜਦੋਂ ਫਾਰਵਰਡ ਡਾਇਰੈਕਸ਼ਨ 'ਚ ਪ੍ਰੋਪੀਗੇਟ ਕਰਦੀ ਹੈ ਫਾਈਬਰ ਦੇ ਮਟੀਰੀਅਲ ਦੇ ਵਿੱਚ ਹੀ,
ਡੋਪੈਂਟ ਵਗੈਰਾ ਕਿਤੇ ਸਕੈਟਰਿੰਗ ਹੋ ਜਾਂਦੀ ਲਾਈਟ, ਉੱਥੋਂ ਵੀ ਵਾਪਸ ਆਉਂਦੀ ਆ, ਹੈ ਨਾ। ਸਕੈਟਰਿੰਗ ਵੀ ਦੋ ਹਾਂਜੀ ਤਰ੍ਹਾਂ ਉਹ ਦੀਆਂ, ਘੱਟ ਦੋ ਹੈ। ਤਿੰਨ ਤਰ੍ਹਾਂ ਦੀ, ਮਾਈ ਸਕੈਟਰਿੰਗ ਹੈ, ਬਰੋਲਨ ਸਕੈਟਰਿੰਗ ਹੈ, ਬਰੋਲਿਨਿੰਗ ਸਕੈਟਰਿੰਗ ਹੈ, ਔਰ ਉਸ ਤੋਂ ਬਾਅਦ ਰਿਲੇ ਸਕੈਟਰਿੰਗ ਹੈ, ਜਾਨੀ ਲਾਈਟ ਦਾ ਵਾਪਸ ਆਉਣਾ। ਸੋ ਲਾਈਟ ਜਿਹੜੀ ਵਾਪਸ ਆਈ ਹੈ, ਜੇ ਤਾਂ ਆਪਟੀਕਲ ਸਿਗਨਲ ਜਿਹੜਾ ਫਾਰਵਰਡ ਜਾ ਰਿਹਾ ਉਹਨੂੰ ਡਿਸਟਰਬ ਕਰੇਗੀ, ਔਰ ਵਾਪਸ ਆਂਦੀ ਹੋਈ ਲਾਈਟ ਨੂੰ ਆਪਾਂ ਕਿਉਂਕਿ ਲਾਈਟ ਮੀਨਸ ਆਪਟੀਕਲ ਸਿਗਨਲ, ਫਿਰ ਜਦੋਂ ਉਹਨੂੰ ਆਪਾਂ ਦੇਖੀਏ ਕਿੱਦਾਂ, ਫਿਰ ਉਹਦੇ ਵਿੱਚ ਆਪਟੀਕਲ ਡਿਟੈਕਟਰ ਦੇ ਵਿੱਚ ਇੱਕ ਫੋਟੋ ਡਾਇਓਡ ਵੀ ਲੱਗਾ ਹੁੰਦਾ। तो फोटो डायोड ने ਜਿਹੜਾ ਆਪਟੀਕਲ ਸਿਗਨਲ ਨੂੰ ਇਲੈਕਟ੍ਰੀਕਲ ਚ ਕਨਵਰਟ ਕਰ ਦੇਣਾ, ਫਿਰ ਇਲੈਕਟ੍ਰੀਕਲ ਸਿਗਨਲ ਦੀ ਅਸੀਂ ਐਨਾਲਿਸਿਸ ਕਰਦੇ ਹਾਂ, ਉਹ ਦੇਖਦੇ ਹਾਂ, ਡਿਸਪਲੇ ਕਰਦੇ ਹਾਂ। तो ਇਹਦੇ ਆ ਦੇਖੋ ਡਿਸਪਲੇ ਦਿਖਾਇਆ ਨਾ ਇਹਦੇ ਉੱਪਰ, ਹੈਲੋ ਡਿਸਪਲੇ ਦਿਖਾਇਆ ਨਾ ਇਹਦੇ ਉੱਪਰ, ਹਾਂਜੀ ਸਰ। ਹਾਂ। तो ਇਸ ਹਾਂਜੀ ਹਾਂਜੀ ਡਿਸਪਲੇ ਸਰ। ਦੇ ਹਾਂਜੀ ਉੱਪਰ, ਸਰ। ਡਿਸਪਲੇ ਦੇ ਉੱਪਰ ਸਾਰੀ ਇਨਫੋਰਮੇਸ਼ਨ ਆ ਜਾਂਦੀ ਆ ਵੀ ਕਿੱਥੋਂ ਫਾਈਬਰ ਟੁੱਟਾ, ਕਿੰਨੀ ਰੇਂਜ ਤੇ ਆ, ਕਿੰਨਾ ਉਹਦਾ ਐਂਪਲੀਟਿਊਡ ਆ। तो ਮੈਨੂੰ ਲੱਗਦਾ ਕਿ ਕਿਉਂਕਿ ਤੁਸੀਂ 40 ਮਿੰਟ ਦੇ ਵਿੱਚ ਨਹੀਂ ਬਣਦੀ ਗੱਲ, तो शायद एक अद्धा लैक्चर होर हो जाएगा क्योंकि 28 ਸਲਾਈਡਸ ਨੇ। तो मैं ਤੁਹਾਨੂੰ वैल्यूएबल काफ़ी इन्फॉर्मेशन भेज दी। ਹੁਣ ਆਪਾਂ फर्स्ट ਸਲਾਈਡ ਦੀ ਗੱਲ ਕਰਦੇ ਆ, ठीक है। लो जी, की है OTDR, की है बेसिक प्रिंसिपल, की है व्हाट आर द बेसिक रिक्वायरमेंट्स फॉर सैटअप ऑफ OTDR। मतलब जो मैं ऑप्टिकल टाइम्ड में रिफ्लैक्टोमीटर ਨੂੰ ਸੈਟਅਪ ਕਰਨਾ, ਉਹਦੇ ਲਈ ਕਿਹੜੀਆਂ ਰਿਕੁਆਇਰਮੈਂਟ ਚਾਹੀਦੀਆਂ। ਫਿਰ ਟਾਈਪਸ ਆਫ OTDR ਮਾਰਕੀਟ ਦੇ ਵਿੱਚ ਕਿੱਦਾਂ ਦੇ ਅਵੇਲੇਬਲ ਹੈ, ਜਾਨੀ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਸਿਸਟਮ ਤੇ ਨੈਟਵਰਕ ਵਾਸਤੇ, ਜਿੱਥੇ ਅਸੀਂ ਬਹੁਤ ਸਾਰੇ ਆਪਟੀਕਲ ਫਾਈਬਰ ਦੇ ਨਾਲ ਕਮਿਊਨੀਕੇਸ਼ਨ ਨਾਲ ਜੁੜੇ ਹੋਏ ਪੈਰਾਮੀਟਰ ਮੇਜਰ ਕਰਦੇ, ਜਿਵੇਂ ਅਟੈਨੂਏਸ਼ਨ ਹੈ, ਰਿਫਲੈਕਸ਼ਨ ਹੈ, ਸਕੈਟਰਿੰਗ ਹੈ, ਇਹ ਲਾਸ ਮੇਜਰ ਕਰਨੇ ਜਾਂ ਰੇਂਜ ਮੇਜਰ ਕਰਨੀ। ਫਿਰ ਅਸੀਂ OTDR ਦੇ ਨਾਲ ਅਸੀਂ ਟੈਸਟਿੰਗ ਕਿੱਦਾਂ ਕਰਦੇ ਹਾਂ, ਐਨਾਲਿਸਿਸ, ਜਿਹੜਾ ਵਾਪਸੀ ਵਾਲਾ ਸਿਗਨਲ ਆਇਆ, ਟਰੇਸ ਬਣਿਆ, ਡਿਸਪਲੇ ਤੇ ਆਇਆ, ਉਹਦੀ ਐਨਾਲਿਸਿਸ ਕਰਨੀ, ਔਰ ਉੱਥੋਂ ਅਸੀਂ ਇਨਫਰੈਂਟ ਕੱਢਣਾ, ਯਾਨੀ ਕਨਕਲੂਜਨ ਕੱਢਣਾ ਵੀ ਕੀ ਗੱਲ ਆ, और ਇਹਦੀਆਂ ਫਿਰ ਲਿਮਿਟੇਸ਼ਨਸ ਕੀ ਆ, ਕਮੀਆਂ ਕੀ ਆ। ਰਾਈਟ, क्लियर हो रहा है बच्चों? हाँ सुन रहे हैं, देख रहे हैं? हेलो, ਹਾਂਜੀ ਸਰ। हाँ हाँ ਹਾਂਜੀ ਸਰ। ठीक नहीं, हाँ 5 बच्चे जुड़े अजे। ਹੁਣ देखो ऑप्टिकल टाइम्ड में रिफ्लैक्टोमीटर है की आ, ऑप्टिकल टाइम्ड में रिफ्लैक्टोमीटर, देखो वर्ड नाम ही रिफ्लैक्टो वर्ड लिखा है, ਜਿਹੜੀ ਆਉਂਦੀ मीटर मीनस मेजर करने वाली इंस्ट्रूमेंट, रिफ्लैक्टो मीन ਜਿਹੜੀ रिफ्लैक्ट होकर वापस आई, ਤੇ ਆਣਾ ਕੀ ਆ, ਆਣਾ ਕੀ ਹੈ ਲਾਈਟ, ਤੇ ਟਾਈਮ ਡੋਮੇਨ ਉਹਨੇ ਟਾਈਮ ਡੋਮੇਨ ਗ੍ਰਾਫ ਦੇ ਵਿੱਚ ਦਿਖਾਏਗਾ। ਸੋ OTDR, the full form है optical time reflectometer is a versatile portable instrument that is used widely to evaluate the characteristics of the of an installed fiber optic link। ठीक है ना, मान लो ਜਿਹੜਾ ਅਸੀਂ optical fiber link establish ਕੀਤਾ ਜਾਂ install ਕੀਤਾ, ਉਹਦੀਆਂ ਕਰੈਕਟਰਿਸਟਿਕਸ ਨੂੰ ਇਵੈਲੂਏਟ ਕਰਨਾ, ਇਹ ਇਨਸਟਰੂਮੈਂਟ ਉਹਦੇ ਵਾਸਤੇ ਚਾਹੀਦਾ। ਔਰ ਵਰਸਾਟਾਈਲ, ਮੈਂ ਜਿੱਦਾਂ ਪਹਿਲਾਂ ਕਿਹਾ, ਇਟ ਆਲਸੋ ਮੇਜਰਸ ਆਪਟੀਕਲ ਫਾਈਬਰ ਪੈਰਾਮੀਟਰ, ਕਿਹੜੇ ਕਿਹੜੇ, ਅਟੈਨੂਏਸ਼ਨ ਵੀ ਮੇਜਰ ਕਰਦਾ, ਲੈਂਥ ਵੀ ਮੇਜਰ ਕਰਦਾ, ਜਾਨੀ ਆਪਟੀਕਲ ਫਾਈਬਰ ਦੀ ਲੈਂਥ ਕਿੰਨੀ ਆ, ਤੇ ਆਪਟੀਕਲ ਕਨੈਕਟਰ ਤੇ ਸਪਲਾਈਸ ਦੇ ਨਾਲ ਜਦੋਂ ਕਨੈਕਸ਼ਨ ਕਰਨੀ ਆ ਜਾਂ ਸਪਲਾਈਸਿੰਗ ਕਰਨੀ ਆ, ਲਾਸ ਅਕਰ ਹੁੰਦੇ ਆ ਨਾ, ਲਾਸ, ਉਹਨੂੰ ਵੀ ਮੇਜਰ ਕਰਦਾ। ਕਲੀਅਰ ਹੋ ਗਈ ਗੱਲ? ਹਾਂ ਬੱਚੋ, ਹਾਂਜੀ ਸਰ। ਫਿਰ ਆਪਟੀਕਲ ਜਿਹੜੀ ਟਾਈਮਡ में ਰਿਫਲੈਕਟੋਮੀਟਰ ਦੀ ਟੈਕਨੋਲੋਜੀ ਆ, it is designed to provide single ended test of any cable, मतलब एक एंड ਤੇ ਹੀ ਇਹਨੂੰ ਟੈਸਟ ਕਰਨਾ ਕਿਸੇ ਵੀ ਕੇਬਲ ਦਾ। ਔਰ ਫੰਡਾਮੈਂਟਲੀ ਜਿਹੜੀ OTDR ਹੈ, ਇਟ ਇਜ਼ ਇਹ ਬੇਸਿਕਲੀ ਅਸੀਂ ਇਹਨੂੰ ਆਪਟੀਕਲ ਰਡਾਰ ਵੀ ਕਹਿੰਦੇ ਆ। ਤਾਂ ਰਡਾਰ ਦਾ ਮਤਲਬ ਜਿੱਦਾਂ ਰਡਾਰ ਜਿਹੜੇ ਨਾ, ਰਡਾਰ ਦੀ ਫੁੱਲ ਫਾਰਮ, ਰਡਾਰ ਤਾਂ ਇੱਕ ਮਾਈਕ੍ਰੋਵੇਵ ਐਡਵਾਂਸ ਕਮਿਊਨੀਕੇਸ਼ਨ ਸਿਸਟਮ ਹੈ, ਠੀਕ ਹੈ। ਉੱਥੋਂ ਕੀ ਆ, ਉਹ ਇਲੈਕਟ੍ਰੋਨਿਕ ਸਿਸਟਮ ਹੈ, ਜਾਨੀ ਐਡਵਾਂਸ ਕਮਿਊਨੀਕੇਸ਼ਨ। ਉੱਥੋਂ ਕੀ ਆ, ਅਸੀਂ ਟਰਾਂਸਮਿਟਰ ਵੀ ਉੱਤੇ ਲੱਗਾ ਹੁੰਦਾ, ਰਿਸੀਵਰ ਵੀ ਲੱਗਾ ਹੁੰਦਾ, ਸਿਗਨਲ ਜਦੋਂ ਭੇਜਦੇ ਆ ਹਾਈ ਫ੍ਰੀਕੁਐਂਸੀ ਵਿੱਚ, ਤੇ ਉਹਦਾ ਪਰਪਸ ਹੈ ਵੀ ਟਾਰਗੇਟ ਚਾਹੇ ਜ਼ਮੀਨ ਤੇ ਹੋਵੇ ਟੈਰੇਸਟਰਾਇਲ, ਜਾਂ ਉੱਪਰ ਹੋਵੇ ਸੈਲੈਸਟੀਅਲ ਸਪੇਸ ਦੇ ਵਿੱਚ। ਮੰਨ ਲਓ ਕੋਈ 에ਅਰਕ੍ਰਾਫਟ ਹੈ, ਕੋਈ ਡਰੋਨ ਹੈ, ਕੋਈ ਐਨਮੀ ਦਾ 에ਅਰਕ੍ਰਾਫਟ ਆ ਰਿਹਾ, ਕੋਈ ਬੰਬਰ ਜੈਟ ਆ ਰਿਹਾ, ਠੀਕ ਹੈ, ਜਾਂ ਕੋਈ ਹਾਈ ਰਾਈਜ਼ ਬਿਲਡਿੰਗ ਹੈ, ਜਾਂ ਕੋਈ ਟੈਂਕ ਹੈ ਜ਼ਮੀਨ ਤੇ, ਜਾਂ ਕੋਈ ਮਿਜ਼ਾਈਲ ਆ ਰਹੀ ਆ, ਜਾਂ ਸ਼ਿਪ ਆ, ਉਹ ਇਹਨਾਂ ਸਾਰੀ, ਇਹ ਸਾਰੇ ਇੱਕ ਕਿਸਮ ਦੇ ਰਡਾਰ ਵਾਸਤੇ ਟਾਰਗੇਟ ਬਣ ਗਿਆ। तो रडार अपने को इनफॉर्मेशन सिग्नल भेजता, तो उतों टकरा के वापस आता, पता लग गया ना, कि वो फिर जान ते आन दा टाइम मेजर कर लेना, ते टाइम सिग्नल की स्पीड जी वेलोसिटी ऑफ लाइट जिन्नी, फिर आप डिस्टेंस मेजर कर सकते हैं, रेंज जानी। क्लीयर हो गई गल? हेलो, ਹਾਂਜੀ ਸਰ। इसे करके ਹਾਂਜੀ ਸਰ। ਇਹਨੂੰ ਅਸੀਂ ਆਪਟੀਕਲ ਰਡਾਰ ਵੀ ਕਹਿੰਦੇ ਆ, ਠੀਕ ਹੈ। ਅਗਲੀ ਸਲਾਈਡ, ਹੁਣ ਆਪਾਂ ਆਹੀ ਗੱਲ ਕਰਦੇ ਹਾਂ ਬੇਟੇ, ਵਿੱਚ ਕੋਈ ਹਿਲੋ ਨਾ ਕਰੋ ਕਿਉਂਕਿ ਇਹ ਸਲਾਈਡ ਸ਼ੋ ਆ। एनीहो, बेसिक ऑपरेशनल प्रिंसिपल की है, देखो आ देख, जो ऑप्टिकल टाइम डोमेन रिफ्लैक्टोमीटर है, ये लेजर लगी होंगी है, और लेजर ने तुहानू पता असीं 3 ट्रांसपेरेंट विंडो जानी 850, 1310, 1550 ट्रांसपेरेंट विंडो तो वही हैगियां ही आ, जिते अटैन्यूएशन घट आ। पर इस तो इलावा जिदा मैं तुहानू दस्सिया सी, मैं गांह भी पढ़ाऊँगा, जो WDM पढ़ाऊँगा, मैं लेजर की भी गल की आ। तो लेजर दे विच
ਕਈ ਹੋਰ ਸਾਰੀਆਂ ਵੇਵਲੈਂਥਸ ਵੀ ਹੈ ਜਿੱਥੇ ਆਪਾਂ ਸਿਗਨਲ ਨੂੰ ਟਰਾਂਸਮਿਟ ਕਰ ਸਕਦੇ ਹਾਂ। ਤੋ ਇੱਕ ਵੇਵਲੈਂਥ ਬਹੁਤ ਸਾਰੀ ਇਨਫੋਰਮੇਸ਼ਨ ਕੈਰੀ ਕਰ ਸਕਦੀ ਹੈ। ਤੋ ਇਹਦੇ ਵਿੱਚ ਲੇਜ਼ਰ ਵੀ ਲੱਗੀ ਆ, ਔਰ ਅੱਗੇ ਤੁਸੀਂ ਦੇਖੋ ਆਹ ਆਪਟੀਕਲ ਫਾਈਬਰ ਹੈ ਜਿਹੜਾ ਅੰਡਰ ਟੈਸਟ ਆ। ਫਿਰ ਵਿੱਚ ਆਪਾਂ ਜਦੋਂ ਸਿਗਨਲ ਲਾਂਚ ਕਰਨਾ, ਇੱਕ ਆ ਆਪਟੀਕਲ ਸਰਕੂਲੇਟਰ ਹੈ, ਲੁੱਕ ਐਟ ਸਰਕੂਲੇਟਰ ਵਰਡ ਯੂਜ਼ ਕੀਤਾ। ਇਲੈਕਟ੍ਰੀਕਲ ਸਰਕੂਲੇਟਰ ਵੀ ਹੁੰਦਾ, ਮਾਈਕ੍ਰੋਵੇਵ ਸਰਕੂਲੇਟਰ ਵੀ ਹੁੰਦਾ। ਹੁਣ ਜਿਹੜਾ ਆਪਟੀਕਲ ਸਰਕੂਲੇਟਰ ਆਪਟੀਕਲ ਕਮਿਊਨੀਕੇਸ਼ਨ ਵਿੱਚ ਯੂਜ਼ ਕਰਦੇ ਆ, ਇਹ ਕਿਸਮ ਦਾ ਐਜ ਏ ਸਵਿਚ ਐਕਟ ਕਰਦਾ। ਜਦੋਂ ਟਰਾਂਸਮਿਸ਼ਨ ਹੋਣੀ ਹੈ, ਰਿਸੀਵਿੰਗ ਐਂਡ ਨੂੰ ਡਿਸਕਨੈਕਟ ਕਰ ਦੇਣਾ। ਜਦੋਂ ਰਿਸੀਵਿੰਗ ਐਂਡ ਹੋਣਾ, ਮਤਲਬ ਜਦੋਂ ਸਿਗਨਲ ਰਿਸੀਵ ਹੋਣਾ, ਇਹਨੇ ਟਰਾਂਸਮਿਟਿੰਗ ਐਂਡ ਨੂੰ ਡਿਸਕਨੈਕਟ ਕਰ ਦੇਣਾ। ਪਤਾ ਲੱਗ ਗਿਆ? ਸਮਝ ਆ ਗਈ ਬੱਚੋਂ? हेलो हाँ जी सर। हाँ, तो हाँ जी सर, हाँ जी। ਇਹਦੀ ਸਾਈਕਲਿਕ ਆਪਰੇਸ਼ਨ ਹੈ। ਸਾਈਕਲ ਮੀਨਸ 1 ਤੋਂ 2, 2 ਤੋਂ 3, 3 ਤੋਂ 4, ਇਦਾਂ ਇਦਾਂ ਜਾਊਗਾ। ਇਹ ਨਹੀਂ ਵੀ 1 ਤੋਂ 4 ਜਾਊਗਾ। ਸਾਈਕਲ ਦਾ ਮਤਲਬ ਇੱਕ ਅਗਲਾ, ਜਿੱਦਾਂ 1 ਤੋਂ ਅਗਲਾ ਜਿਹੜਾ 2 ਆਉਣਾ, 2 ਤੋਂ ਅਗਲਾ 3 ਆਉਣਾ, 3 ਤੋਂ ਅਗਲਾ 4 ਆਉਣਾ, 4 ਤੋਂ ਅਗਲਾ ਮਤਲਬ ਜੇ 4 ਪੋਰਟ ਹੈ, ਮੰਨ ਲਓ ਕਿ 4 ਤੋਂ ਅਗਲਾ ਪਹਿਲਾ ਆਊ। ਸਮਝ ਆ ਗਈ? ਫਸਟ ਆਊ। ਕਲੀਅਰ ਹੋ ਗਈ? ਸੋ ਇਸ ਤਰੀਕੇ ਨਾਲ ਸਿਗਨਲ ਲਾਂਚ ਕੀਤਾ। ਆ ਜਿਹੜਾ ਫਾਈਬਰ ਅੰਡਰ ਟੈਸਟ ਹੈ ਉਹਨੂੰ ਅਸੀਂ ਦੇਖਣਾ। ਫਿਰ ਇੱਥੋਂ ਕਿਉਂਕਿ ਜੇ ਟੁੱਟਾ ਆ ਜਾਂ ਨੁਕਸਾਨ ਹੋ ਗਿਆ, ਕੱਟ ਗਿਆ ਫਾਈਬਰ ਕਿਸੇ ਵੀ ਕਾਰਨ ਕਰਕੇ, ਆ ਦੇਖੋ ਸਿਗਨਲ ਵਾਪਸ ਆ ਗਿਆ। ਜਿਹੜਾ ਵਾਪਸ ਵਾਲਾ ਉਹ ਵੀ ਆਪਟੀਕਲ ਲਾਈਟ ਹੀ ਆ। ਤੇ ਆਪਟੀਕਲ ਸਿਗਨਲ ਫਿਰ ਅਸੀਂ ਫੋਟੋ ਡਿਟੈਕਟਰ ਨੂੰ ਦਿੰਦੇ ਆ। ਇਹਨੇ ਰਿਟਰਨ ਸਿਗਨਲ ਜਿਹੜਾ ਫੋਟੋ ਡਿਟੈਕਟਰ ਨੇ ਆਪਟੀਕਲ ਸਿਗਨਲ ਨੂੰ ਇਲੈਕਟ੍ਰੀਕਲ ਸਿਗਨਲ ਚ ਕਨਵਰਟ ਕਰ ਦੇਣਾ। ਮਤਲਬ ਪਤਾ ਲੱਗਾ ਨਾ, ਕਿਉਂਕਿ ਇਹਦਾ ਮਤਲਬ ਇਹਨੂੰ ਲਾਈਟ ਮਿਲਣੀ ਹੈ, ਇਲੈਕਟ੍ਰੀਕਲ ਕਰਨੀ। ਫਿਰ ਅਸੀਂ ਉਸ ਸਿਗਨਲ ਦੀ ਐਨਾਲਿਸਿਸ ਤੇ ਪ੍ਰੋਸੈਸਿੰਗ ਕਰਨੀ, ਫਿਰ ਡਿਸਪਲੇ ਦੇਖਣਾ। ਔਰ ਇਹ ਪ੍ਰੋਸੈਸਰ ਜਿਹੜਾ ਹੈ ਉਹਦੇ ਵਿੱਚ ਹੀ ਲੱਗਾ। ਇੱਥੋਂ ਹੀ ਡਿਸਪਲੇ ਹੋ ਕੇ ਡਿਸਪਲੇ ਤੋਂ ਪਤਾ ਲੱਗੂਗਾ ਸਾਨੂੰ, ਅਸੀਂ ਐਨਾਲਾਈਜ਼ ਕਰਾਂਗੇ ਵੀ ਫਾਈਬਰ ਕਿੰਨੀ ਰੇਂਜ ਤੇ ਕੱਟਿਆ, ਕਿੰਨਾ ਡਿਸਟੈਂਸ ਹੈ, ਕਿੰਨੀ ਲਾਈਟ ਰਿਫਲੈਕਟ ਹੋਈ। ਪਤਾ ਲੱਗ ਗਿਆ? ਹਾਂ ਬੱਚਿਓ, ਕਲੀਅਰ? हाँ जी सर। ਹਾਂ, ਅਗਲਾ ਹੁਣ ਆ ਚਾਰ ਚੀਜ਼ਾਂ ਆ। ਜਦੋਂ ਅਸੀਂ ਆਪਟੀਕਲ ਟਾਈਮ ਰਿਫਲੈਕਟੋਮੀਟਰ ਨੂੰ ਸੈਟਅਪ ਕਰਨਾ, ਅਸੀਂ ਦੇਖਣੀ ਕਿੰਨੀ ਰੇਂਜ ਹੈ। ਫਿਰ ਜਿਹੜਾ ਪਲਸ ਆਪਟੀਕਲ ਦਾ ਭੇਜਣਾ, ਉਹਦੀ ਵਿਡਥ ਕਿੰਨੀ ਆ, ਘੱਟ ਆ, ਵੱਧ ਆ ਜਾਂ ਬਹੁਤ ਜ਼ਿਆਦਾ। ਫਿਰ ਅਸੀਂ ਦੇਖਣਾ ਵੀ ਰਿਫਰੈਕਟਿਵ ਇੰਡੈਕਸ ਕਿੰਨਾ, ਜਿਹੜੀ ਲਾਈਟ ਆ ਪਲਸ ਆਪਟੀਕਲ ਫਾਈਬਰ ਦਾ। ਫਿਰ ਅਸੀਂ ਦੇਖਣਾ ਵੀ ਐਵਰੇਜ ਟਾਈਮ ਕਿੰਨਾ, ਕਿੰਨੀ ਵਾਰੀ ਅਸੀਂ ਮੇਜਰਮੈਂਟ ਕਰਦੇ ਹਾਂ, ਇਹਦੀ ਗੱਲ ਕਰ ਦਾਂਗੇ। ਸੋ ਚਾਰੋਂ ਚੀਜ਼ਾਂ ਦੀ ਆਪਾਂ ਗੱਲ ਲੱਗੇ ਕਰਨ। ਸਭ ਤੋਂ ਪਹਿਲਾਂ ਆਪਟੀਕਲ ਰੇਂਜ ਦੀ ਗੱਲ ਕਰਦੇ ਹਾਂ। ਦੇਖੋ ਆਪਟੀਕਲ ਰੇਂਜ ਕੀ ਹੈ? ਡਿਸਟੈਂਸ ਹੈ ਕਿਸਮ ਦਾ। फर्स्ट वन टू कंसीडर रेंज और डिस्टेंस ऑफ फाइबर टू टेस्ट पता लगा ना। आप देखना भाई फाइबर ਨੂੰ ਜਿਹੜਾ ਟੈਸਟ ਕਰਨਾ ਕਿੰਨੀ ਰੇਂਜ ਤੇ, ਕਿੰਨੇ ਡਿਸਟੈਂਸ ਤੇ। तो many optical time reflectometers have automatic length detection function। ਇਹਦੇ ਵਿੱਚ ਹੀ, ਕਿਉਂਕਿ ਇਹ ਸੋਫਿਸਟੀਕੇਟਡ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਸਿਸਟਮ ਹੈ, ਮਤਲਬ ਐਡਵਾਂਸ ਸਿਸਟਮ ਹੈ, ਸਟੇਟ ਆਫ ਦੀ ਆਰਟ ਟੈਕਨੋਲੋਜੀ ਵਿੱਚ ਫੋਲੋ ਕੀਤੀ ਆ। ਇਹਦੇ ਵਿੱਚ ਇਹਦੀ ਪ੍ਰੋਵੀਜ਼ਨ ਹੁੰਦੀ ਆ, ਦੇਖੋ ਆਟੋਮੈਟਿਕ ਲੈਂਥ ਡਿਟੈਕਸ਼ਨ ਫੰਕਸ਼ਨ। ਪਤਾ ਲੱਗ ਗਿਆ? ਆਟੋਮੈਟਿਕਲੀ ਉਹਨੇ ਸਿਗਨਲ ਨੂੰ ਡਿਟੈਕਟ ਕਰਨ ਦੇ ਫੰਕਸ਼ਨ ਹੁੰਦੇ। ਉਹਦੇ ਵਿੱਚ ਕਿੰਨੀ ਜਾਨੀ ਕਿੰਨੀ ਰੇਂਜ ਦੇ ਸਿਗਨਲ ਜਿਹੜਾ ਕੱਟ ਗਿਆ, ਜਾਨੀ ਫਾਈਬਰ ਕਿੱਥੋਂ ਕੱਟ ਗਿਆ। ਬਟ ਇਫ ਦੀ ਲੈਂਥ ਇਜ਼ ਨੋਨ, ਜੇ ਸਾਨੂੰ ਲੈਂਥ ਸਪੋਜ਼ ਪਤਾ ਹੀ ਆ, ਫਿਰ ਜਿਹੜਾ ਯੂਜ਼ਰ ਆ ਉਹ ਮੈਨੂਅਲੀ ਵੀ ਸੈੱਟ ਕਰ ਸਕਦਾ। ਮੰਨ ਲਓ ਅਸੀਂ ਕਹਿੰਦੇ 50 ਕਿਲੋਮੀਟਰ ਦੇ ਫਾਈਬਰ ਕੱਟ ਗਿਆ, ਤਾਂ ਯੂਜ਼ਰ ਨੇ 50 ਕਿਲੋਮੀਟਰ ਦੇ ਉਹਨੂੰ ਸੈੱਟ ਕਰ ਲੈਣਾ ਮੈਨੂਅਲੀ। ਇੱਥੇ ਮੈਨੂਅਲੀ ਪ੍ਰੋਵੀਜ਼ਨ ਵੀ ਹੋਏਗੀ। ਤਾਂ ਨਾਰਮਲੀ ਰੇਂਜ ਜਿਹੜੀ ਉਹ ਜ਼ਿਆਦਾ ਹੀ ਰੱਖਦੇ ਆ। ਕਹਿੰਦਾ ਰੇਂਜ should setting the range setting should be adjusted to no less than, यानी not less than किन्ने तो 1.5 गुना ਜਾਂ 2 गुना the fiber span under test। पता लग गया? मतलब ਅਸੀਂ ਜਿਹੜੀ ਰੇਂਜ ਆ ਇਸ ਹਿਸਾਬ ਨਾਲ ਸਿਲੈਕਟ ਕਰਦੇ, ਜਾਂ 1.5 ਗੁਣਾ ਜਾਂ 2 ਗੁਣਾ, ਮਤਲਬ ਉਸ ਤੋਂ ਕਿਤੋਂ ਜਿਹੜਾ ਫਾਈਬਰ ਹੈ ਅੰਡਰ ਟੈਸਟ। ਮੰਨ ਲਓ ਆ ਜਿੱਦਾਂ ਹੁਣ ਤਕਰੀਬਨ 3000 ਇੰਚ ਆ, 3000 ਇੰਚ ਕਹਿ ਲਓ ਜਾਂ 3000 ਫੁੱਟ ਕਹਿ ਲਓ, ਇੰਨਾ ਸਪੈਨ ਅੰਡਰ ਟੈਸਟ ਹੋ ਗਿਆ। तो फिर ਇਹਦੀ ਰੇਂਜ ਦੇਖ ਲੈ 6000 ਕਿਲੋਮੀਟਰ ਤੋਂ 6000 ਫੁੱਟ ਤੋਂ ਵੱਧ ਰੱਖ ਲਈ। ਸਮਝ ਆ ਗਈ ਗੱਲ? ਸਮਝ ਆ ਗਈ? ਅਸੀਂ ਵੱਧ ਰੇਂਜ ਰੱਖਣੀ ਆ, ਇਹਦੀ ਵੱਧ ਰੇਂਜ ਰੱਖਣੀ ਆ। ਅੱਗੇ ਚੱਲਦੇ ਆ। ਇਹ ਰੇਂਜ ਆ ਗਈ। ਹੁਣ ਦੇਖੋ ਜੇ ਮੈਂ ਰੇਂਜ ਬਹੁਤ ਘੱਟ ਰੱਖਦਾ, ਦੇਖੋ ਜੇ ਘੱਟ ਰੱਖਦਾ ਤੇ ਫਿਰ ਜਿਹੜਾ ਆ ਦੇਖੋ ਕਾਂਟ ਸੀ ਇੰਟਾਇਰ ਡਿਸਪਲੇ ਤੇ ਆ ਗਿਆ, ਕਾਂਟ ਸੀ ਇੰਟਾਇਰ ਲਿੰਕ, ਅਨਪ੍ਰੈਡਿਕਟੇਬਲ ਸਾਡਾ ਰਿਜ਼ਲਟ ਹੈ। ਲਿੰਕ ਦਾ ਪਤਾ ਹੀ ਨਹੀਂ ਲੱਗਣਾ ਕਿੱਥੇ ਆ, ਦੇਖੋ ਡਾਟਡ ਸ਼ੋ ਹੋਇਆ। ਕਿਉਂ? ਕਿਉਂਕਿ ਅਸੀਂ ਰੇਂਜ ਬਹੁਤ ਘੱਟ ਰੱਖੀ ਆ। ਤੇ ਜੇ ਮੈਂ ਰੇਂਜ ਸਹੀ ਰੱਖਣਾ, ਇਹ ਗੁੱਡ ਆ, ਯਾਨੀ 1.5 ਟਾਈਮਸ 1.5 ਟਾਈਮਸ ਤੋਂ ਲੈ ਕੇ 2 ਟਾਈਮਸ ਲਿੰਕ ਦੀ ਲੈਂਥ ਨਾਲੋਂ। ਫਿਰ ਦੇਖ ਆ ਹੁਣ ਸਾਨੂੰ ਪਤਾ ਲੱਗ ਗਿਆ ਇਹ ਤਾਂ ਟਰੇਸ ਚੰਗਾ ਆ ਗਿਆ, ਕਿਉਂਕਿ ਇਹਦਾ ਦੂਸਰਾ ਐਂਡ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ। ਸੋ ਇੱਥੇ ਦੂਸਰਾ ਐਂਡ ਵੀ ਸਾਨੂੰ ਪਤਾ ਲੱਗ ਗਿਆ। ਸੋ ਗੁੱਡ ਟਰੇਸ ਕੈਨ ਸੀ ਦੀ ਐਂਡ ਆਫ ਦਾ ਫਾਈਬਰ। ਪਤਾ ਲੱਗ ਗਿਆ? ਅਗਰ ਰੇਂਜ ਅਸੀਂ ਇੰਨੀ ਸੈਟਅਪ ਕਰਦੇ ਹਾਂ। ਹਾਂ, ਤੇ ਜੇ ਬਹੁਤ ਜ਼ਿਆਦਾ ਰੱਖ ਲਈ ਤੇ ਬਹੁਤ ਜ਼ਿਆਦਾ ਰੱਖ ਲਈ, ਫਿਰ ਕੀ ਹੋਣਾ? ਜਿਹੜਾ ਟਰੇਸ ਹੈ ਉਹ ਸਕ੍ਰੈਚ ਹੋ ਜਾਊ। ਉਹ ਮੰਨ ਲਓ ਡਿਸਪਲੇ ਦੇ ਲੈਫਟ ਹੈਂਡ ਸਾਈਡ ਤੇ ਇਕੱਠਾ ਜਿਹਾ ਹੋ ਜਾਣਾ। ਪਤਾ ਲੱਗ ਗਿਆ ਨਾ? ਸੋ ਅਸੀਂ ਆਹ ਜਿਹੜਾ ਸੈਂਟਰ ਵਾਲੀ ਆ ਇਹ ਗੁੱਡ ਆ, ਇੰਨੀ ਕੁ ਰੇਂਜ ਰੱਖਣੀ ਆ ਸੀ। ਇਹ ਸਾਰਾ ਕੁਝ ਸੈਟਅਪ ਕਰਨਾ ਕਰਤੇ ਆ OTDR ਤੇ। ਪਤਾ ਲੱਗ ਗਿਆ? ਹੁਣ ਅੱਗੇ ਆ ਜਾਓ। ਹੁਣ ਅਗਲੀ ਜਿਹੜਾ ਕਰੈਕਟਰਿਸਟਿਕ ਸੀ ਸੈਟਅਪ ਕਰਨ ਵੇਲੇ, ਪਲਸ ਵਿਡਥ ਕਿੰਨੀ ਰੱਖਣੀ ਹੈ। ਜਿਹਦਾ ਡਿਸਟੈਂਸ ਬਹੁਤ ਸ਼ਾਰਟ ਹੈ, ਜਾਨੀ ਫਾਈਬਰ ਰਨ ਸ਼ਾਰਟ ਹੈ, ਜਿਹੜਾ ਅੰਡਰ ਟੈਸਟ ਹੈ,
ਠੀਕ ਹੈ। ਇੱਥੇ ਦੇਖੋ 6500 ਫੁੱਟ ਦਿਖਾਤਾ, ਇੱਥੇ 10000 ਫੁੱਟ ਤੋਂ ਵੱਧ ਆ। ਫੇਕ ਕਰਨ ਦਾ ਜਿਹੜਾ ਆਪਟੀਕਲ ਟਾਈਮ ਰਿਫਲੈਕਟੋਮੀਟਰ ਟਰਾਂਸਮਿਟਿੰਗ ਕਰਦਾ ਜਿਹੜੀ ਪਲਸ ਹੈ ਉਹਦੀ ਪਲਸ ਵਿਡਥ ਦੀ ਡਿਊਰੇਸ਼ਨ ਵੀ ਘੱਟ ਰੱਖ ਲਓ। ਪਲਸ ਵਿਡਥ ਦੀ ਡਿਊਰੇਸ਼ਨ ਫਿਰ ਸਾਨੂੰ ਘੱਟ ਰੱਖਣੀ ਪੈਂਦੀ ਆ। ਫਾਈਬਰ ਅੰਡਰ ਟੈਸਟ ਹੋ ਗਿਆ, ਠੀਕ ਹੈ ਨਹੀਂ। ਮੈਂ ਥੋੜਾ ਜਿਹਾ ਇਹਨੂੰ ਦਿਖਾਵਾਂ ਕਿ ਉਹ ਉੱਪਰ ਕੀ ਲਿਖਿਆ ਆ ਪਲਸ ਦੀ ਆ ਜਾਨੀ ਡਿਊਰੇਸ਼ਨ ਵਾਲਾ ਨੈਨੋ ਸੈਕਿੰਡਸ ਦੇ ਵਿੱਚ ਦਿਖਾਈ ਹੈ ਨਾ, ਠੀਕ ਹੈ। ਤੇ ਪਲਸ ਕਿਉਂਕਿ ਪਲਸ ਦੀ ਜਿਹੜੀ ਵਿਡਥ ਆ ਉਹ ਤਾਂ ਟਾਈਮ ਡੋਮੇਨ 'ਚ ਹੀ ਆ, ਤੇ ਜੇ ਫਾਈਬਰ ਲੈਂਥ ਜ਼ਿਆਦਾ ਆ ਫਿਰ ਪਲਸ ਵਿਡਥ ਜ਼ਿਆਦਾ ਲਗਾਓ। ਕਲੀਅਰ ਹੋ ਗਈ ਗੱਲ। ਆ ਦੇਖੋ longer pulse widths are used for longer range test. As distance increases, pulse width must also go up. Otherwise, traces will appear noisy and rough. Clear ਹੋ ਗਈ ਗੱਲ। ਮੰਨ ਲਓ ਜੇ ਮੈਂ longer fiber length ਆ ਜਿਹੜਾ fiber under ਜੀ test, ਸਰ। ਅਗਰ ਮੈਂ ਉੱਥੇ short pulse use ਕਰਦਾ ਤੇ ਮੈਨੂੰ noise ਜਾਂ rough ਜਾਂ trace ਨਜ਼ਰ ਆਉਣਾ। ਤੇ similarly ਜੇ ਮੈਂ short trace use ਕਰਦਾ longer pulse width ਵਾਸਤੇ, मतलब short traces will be inconclusive if the longer pulse widths are used. Events may be missed or failed, है ना। जे मैं suppose आ ऊपर वास्ते longer pulse width use कर लेना, फिर मेरियां events ਜਿਹੜੀਆਂ trace ਤੇ कुछ miss हो जानी, मेरी information अधूरी हो जानी। क्लियर हो गई गल। हेलो हाँ बच्चों। जी सर। हाँ हुण pulse width की गल करदे। जे मैं बहुत नैरो रख रहा, देखो जे नैरो रख रहा आ देखो trace ਜਿਹੜਾ थोड़ा ਜਿਹਾ ਆ ਲਿੰਕ ਬਣਿਆ ਨਾ, ਇਹ ਥੋੜਾ ਜਿਹਾ ਟ੍ਰੇਸ ਜਿਹੜਾ ਉਹ ਡਿਸਅਪੀਅਰਸ ਹੋ ਜੂਗਾ। ਡਿਸਅਪੀਅਰ ਹੈ ਮਤਲਬ ਥੋੜਾ ਜਿਹਾ ਟ੍ਰੇਸ ਜਿਹੜਾ ਆ ਉਹ ਟ੍ਰੇਸ ਡਿਸਅਪੀਅਰਸ ਇਨਟੂ ਨੋਇਜ਼ ਫਲੋਰ, ਹੈ ਨਾ। ਨੋਇਜ਼ ਫਲੋਰ ਦੇ ਵਿੱਚ ਜਿਹੜਾ ਟ੍ਰੇਸ ਆ ਉਹ ਡਿਸਅਪੀਅਰਸ ਹੋ ਜੂਗਾ। ਹੁਣ ਜੇ ਮੈਂ ਥੋੜੀ ਜੀ ਮਤਲਬ ਇਹਦੀ ਵਿਡਥ ਰਾਈਟ ਰੱਖਣਾ, ਗੁੱਡ ਰੱਖਦਾ ਜਾਣੀ, ਠੀਕ ਹੈ। ਤੇ ਆ ਦੇਖੋ ਇਵੈਂਟਸ ਕੈਨ ਬੀ ਸੀਨ ਐਂਡ ਟ੍ਰੇਸ ਇਜ਼ ਸਮੂਥ। ਉਹ ਸਾਨੂੰ ਇਵੈਂਟਸ ਵੀ ਨਜ਼ਰ ਆ ਸਕਦੀਆਂ ਤੇ ਟ੍ਰੇਸ ਜਿਹੜਾ ਸਮੂਥ ਹੈ ਪਤਾ ਲੱਗ ਗਿਆ। ਜੇ ਮੈਂ ਪਲਸ ਵਿਡਥ ਦੀ ਪਲਸ ਵਿਡਥ ਸਫੀਸ਼ੀਐਂਟ ਰੱਖਦਾ ਤੇ ਜੇ ਮੈਂ ਬਹੁਤ ਜ਼ਿਆਦਾ ਵਾਈਡ ਰੱਖਣਾ ਪਲਸ ਵਿਡਥ, ਫਿਰ ਇਵੈਂਟ ਜਿਹੜੀਆਂ ਉਹ ਮਿਸਿੰਗ ਹੋ ਜਾਣੀਆਂ। ਦੇਖੇ ਤੇ ਪਲਸ ਦੀ ਵਿਡਥ ਬਹੁਤ ਜ਼ਿਆਦਾ ਹੋ ਗਈ ਆ ਤੇ ਜਿਹੜੀ ਇਵੈਂਟ ਵਿੱਚ ਨਜ਼ਰ ਆ ਰਹੀ ਸੀ ਉਹ ਮਿਸ ਹੋ ਗਈ। ਕਲੀਅਰ ਹੋ ਗਈ। ਸੋ ਇਸ ਕਰਕੇ ਇਹ ਜਿਹੜੇ ਰਿਜ਼ਲਟ ਹੈ ਰਿਜ਼ੋਲਵ ਨਹੀਂ ਹੋ ਸਕਦੇ। ਕਲੀਅਰ ਹੋ ਗਈ ਗੱਲ। ਹੈਲੋ ਜੀ ਸਰ। ਹਾਂਜੀ ਹਾਂ ਸਰ। ਅਗਲੀ ਸਲਾਈਡ 10 ਮਿੰਟ, ਠੀਕ ਹੈ। ਹੁਣ ਤੀਸਰਾ ਜਿਹੜਾ ਪੁਆਇੰਟ ਸੀ ਸੈਟਅਪ ਵਾਸਤੇ ਉਹ ਇੰਡੈਕਸ ਆਫ ਰਿਫਰੈਕਸ਼ਨ ਸੀ, ਰਿਫਰੈਕਟਿਵ ਇੰਡੈਕਸ। तो ਇਹ ਕੀ ਆ ਜਿਹੜਾ ਇੰਡੈਕਸ ਆਫ ਰਿਫਰੈਕਸ਼ਨ ਆ ਇਹ ਇਜ਼ ਅ ਵੇ ਆਫ ਮੇਜਰਿੰਗ ਦੀ ਸਪੀਡ ਆਫ ਲਾਈਟ ਇਨ ਅ ਮਟੀਰੀਅਲ ਮੀਡੀਅਮ। ਆ ਦੇਖ ਨਾ, ਦੇਖੋ ਇੰਡੈਕਸ ਆਫ ਰਿਫਰੈਕਸ਼ਨ n ਇਜ਼ ਇਕੁਅਲ ਟੂ ਉੱਪਰ ਸਪੀਡ ਆਫ ਲਾਈਟ ਇਨ ਵੈਕਿਊਮ, ਥੱਲੇ ਸਪੀਡ ਆਫ ਲਾਈਟ ਇਨ ਮੀਡੀਅਮ। ਤੇ ਜੇ ਮੈਂ ਸਪੀਡ ਆਫ ਲਾਈਟ ਇਨ ਮੀਡੀਅਮ ਮੇਜਰ ਕਰਨੀ, ਇਹਨੂੰ ਇੱਧਰ ਲੈ ਜਾ, ਇੰਡੈਕਸ ਆਫ ਰਿਫਰੈਕਸ਼ਨ ਥੱਲੇ ਲੈ ਆ, ਠੀਕ ਹੈ ਨਾ। ਸੋ ਉਹਦੀ ਗੱਲ ਕੀਤੀ, ਕਹਿੰਦਾ in review index of refraction is a way of measuring the speed of a light in a material. Light travels fastest in vacuum such as outer space. ਉਹਦੀ ਸਪੀਡ ਜਿਹੜੀ ਆ ਕਿਲੋਮੀਟਰ 3 ਲੱਖ ਕਿਲੋਮੀਟਰ ਪਰ ਸੈਕਿੰਡ ਜਾਂ 1,86,000 ਮਾਈਲਸ ਪਰ ਸੈਕਿੰਡ। ਪਤਾ ਲੱਗਾ ਮਾਈਲਸ ਕਿਲੋਮੀਟਰ ਨਾਲ ਵੱਡਾ ਹੁੰਦਾ। ਤੇ ਜਿਹੜਾ ਇੰਡੈਕਸ ਆਫ ਰਿਫਰੈਕਸ਼ਨ ਆ ਉਹ ਅਸੀਂ ਕੈਲਕੂਲੇਟ ਕਿੱਦਾਂ ਕਰਦੇ ਹਾਂ, ਇੱਦਾਂ ਅਸੀਂ ਜਿਹੜੀ ਸਪੀਡ ਆਫ ਲਾਈਟ ਵੈਕਿਊਮ ਵਿੱਚ, ਥੱਲੇ ਸਪੀਡ ਆਫ ਲਾਈਟ ਜਿਹੜੀ ਮਟੀਰੀਅਲ ਮੀਡੀਅਮ ਉਹ ਪਾਉਣਾ ਆਪਟੀਕਲ ਫਾਈਬਰ, ਇੱਦਾਂ ਅਸੀਂ ਕੈਲਕੂਲੇਟ ਕਰਦੇ ਹਾਂ। ਸੋ ਇਹਨੂੰ ਵੀ ਅਸੀਂ ਕਿੰਨਾ ਰੱਖਣਾ ਇੱਦਾਂ ਅਸੀਂ ਕੈਲਕੂਲੇਟ ਕਰ ਸਕਦੇ। ਪਤਾ ਲੱਗ ਗਿਆ। ਆ ਦੇਖੋ ਆਪਟੀਕਲ, ਹਾਂ ਇੰਡੈਕਸ ਆਫ ਰਿਫਰੈਕਸ਼ਨ ਦੀ ਗੱਲ, ਆ ਆਪਟੀਕਲ ਟਾਈਮ ਰਿਫਲੈਕਟੋਮੀਟਰ ਹੈ ਤੇ ਆ ਸਾਡਾ ਫਾਈਬਰ ਅੰਡਰ ਟੈਸਟ ਆ। ਹੁਣ ਤੁਸੀਂ ਦੇਖੋ ਆ ਜਿਹੜਾ GIR ਦਾ ਮਤਲਬ ਹੈ ਗਰੁੱਪ ਇੰਡੈਕਸ ਆਫ ਰਿਫਰੈਕਸ਼ਨ। ਇਹ ਆਪਾਂ ਸੈਟਅਪ ਕੀਤਾ OTDR ਦੇ ਵਿੱਚ। ਇਹ ਮੰਨ ਲਓ ਕੀਤਾ 1.46। ਕਹਿੰਦਾ ਇਫ ਦੀ ਗਰੁੱਪ ਇੰਡੈਕਸ ਆਫ ਰਿਫਰੈਕਸ਼ਨ setting in the OTDR does not match ਕਿਹਦੇ ਨਾਲ, that of the fiber under test, ਫਿਰ ਕੀ ਹੋਊ, result will show incorrect distance as a result। अब समझ आ गई। ਇਹਦਾ ਮਤਲਬ OTDR ਦਾ ਤੇ fiber under test ਦਾ ਜਿਹੜਾ ਇੰਡੈਕਸ ਗਰੁੱਪ ਇੰਡੈਕਸ ਆਫ ਰਿਫਰੈਕਸ਼ਨ ਆ ਇਹ ਮੈਚ ਕਰਨਾ ਚਾਹੀਦਾ। ਜੇ ਸਪੋਜ਼ ਮੈਚ ਨਹੀਂ ਹੋਇਆ ਤੇ ਫਿਰ ਜਿੱਦਾਂ ਹੁਣ ਇੱਥੇ ਜਿਹੜੀ ਐਕਚੁਅਲ ਫਾਈਬਰ ਦੀ ਲੈਂਥ ਆ ਉਹ ਤਾਂ ਦੇਖੋ 10,000 ਫੁੱਟ ਆ, ਔਰ ਇਹਦਾ ਗਰੁੱਪ ਇੰਡੈਕਸ ਜਿਹੜਾ ਫਾਈਬਰ ਦਾ ਆ ਉਹ 1.4677 ਆ, ਇਹਦਾ ਹੈਗਾ 1.462 ਆ। ਇਹਦਾ ਮਤਲਬ ਮੈਚ ਨਹੀਂ ਕਰ ਰਿਹਾ ਨਾ, ਨਹੀਂ ਕਰ ਰਿਹਾ ਨਾ। ਹਾਂ ਬੱਚੋ, हाँ, और ऑपरेटिंग वेवलेंथ ਤਾਂ ਹੋਈ ਆ ਸੈਕਿੰਡ ਟ੍ਰਾਂਸਪੇਰੈਂਟ ਬੈਂਡ 1310 ਨੈਨੋਮੀਟਰ ਤੇ। तो फिर ਜਿਹੜੀ ਹੁਣ ਜਿਹੜਾ OTDR ਹੈ ਇਹਨੇ ਕੀ ਸੋਚਿਆ, ਕਹਿੰਦਾ ਇਹਦਾ ਮਤਲਬ ਜਿਹੜੀਆਂ ਫੁਟੇਜ ਹੈ ਉਹ 9800 ਘੱਟ ਦਿਖਾ ਰਿਹਾ, ਜਦ ਕਿ ਅਸਲ 'ਚ ਹੈ ਕਿੰਨੀਆਂ 10,000। ਸਮਝ ਆ ਗਈ, ਸਮਝ ਆ ਗਈ। ਹਾਂਜੀ ਸਰ। ਹਾਂ, ਇਟ ਮੀਨਸ ਗਰੁੱਪ ਇੰਡੈਕਸ ਆਫ ਰਿਫਰੈਕਸ਼ਨ ਜਿਹੜਾ ਮੈਚ ਨਹੀਂ ਕਰ ਰਿਹਾ ਦੋਨਾਂ ਦਾ, OTDR ਦਾ ਵੀ
ਤੇ 500 ਟੈਸਟ ਦਾ। ਸਮਝ ਆ ਗਈ? ਅਗਲੀ ਚੱਲ ਸਲਾਈਡ ਤੇ ਚੱਲਦੇ ਹਾਂ। ਠੀਕ ਹੈ, ਹੁਣ ਕੀ ਆ ਜਿਹੜਾ ਤੀਸਰਾ ਆ ਉਹ ਟਾਈਮ ਸੀ। ਟਾਈਮ ਸੀਗਾ ਨਾ, ਸਭ ਤੋਂ ਪਹਿਲਾਂ ਆਪਾਂ ਰੇਂਜ ਦੇਖੀ, ਫਿਰ ਉਸ ਤੋਂ ਬਾਅਦ ਕੀ ਦੇਖੀ, ਪਲਸ ਵਿਡਥ ਦੇਖੀ, ਉਸ ਤੋਂ ਬਾਅਦ ਕੀ ਦੇਖਿਆ ਆਪਾਂ ਪਿਛਲੀ ਸਲਾਈਡ ਦੇ ਵਿੱਚ, ਪਿਛਲੀ ਸਲਾਈਡ 'ਚ ਹੁਣ ਤਾਂ ਦੇਖ ਕੇ ਹਟਿਆ ਇੰਡੈਕਸ ਆਫ ਰਿਫਰੈਕਸ਼ਨ। ਇਹ 4 ਸੈਟਅਪ ਪੈਰਾਮੀਟਰਸ ਨੇ। ਹੁਣ ਆਪਾਂ ਐਵਰੇਜਿੰਗ ਟਾਈਮ ਦੇਖਣਾ। ਆਹ ਦੇਖੋ, ਮੰਨ ਲਓ ਸਾਡਾ ਦੇਖੋ ਐਵਰੇਜਿੰਗ ਟਾਈਮ ਕੀ ਰੈਫਰ ਕਰਦਾ, ਰੈਫਰਸ ਟੂ ਹਾਊ ਲੌਂਗ ਦੀ ਯੂਜ਼ਰ ਅਲਾਉਜ਼ ਦੀ ਡਿਵਾਈਸ ਟੂ ਟੇਕ ਸੈਂਪਲਸ। ਉਹ ਭਾਈ ਜਿੱਦਾਂ ਮੰਨ ਲਓ ਤੁਸੀਂ ਆ ਜਪਜੀਤ ਬੈਠਾ, ਉਹ ਇਸ ਡਿਵਾਈਸ ਨਾਲ ਯੂਜ਼ ਕੀਤਾ, ਉਹਨੇ ਆਪਣੀ ਇਹਦੀ ਆਊਟਪੁੱਟ ਚੱਕ ਕੇ 500 ਟੈਸਟ ਨੂੰ ਲਾਤੀ। ਕਿੰਨੀ ਕੁ ਵਾਰ ਉਹ ਉਹਨੂੰ ਯੂਜ਼ ਕਰ ਰਿਹਾ, ਮਤਲਬ ਕਿੰਨੀ ਵਾਰ ਉਹਨੇ ਮੇਜਰਮੈਂਟ ਕੀਤੀ। ਐਵਰੇਜਿੰਗ ਟਾਈਮ ਮੀਨਸ ਰੈਫਰਸ ਟੂ ਹਾਊ ਲੌਂਗ ਦੀ ਯੂਜ਼ਰ ਅਲਾਉਜ਼ ਦੀ ਡਿਵਾਈਸ ਟੂ ਟੇਕ ਸੈਂਪਲਸ। ਮਤਲਬ ਇੱਕ ਪਹਿਲੀ ਵਾਰੀ ਲੈ ਲਿਆ ਸੈਂਪਲ, ਦੂਜੀ ਵਾਰੀ ਲੈ ਲਿਆ, ਤੂੰ ਤੀਸਰੀ ਮੇਜਰਮੈਂਟ ਤੇ ਲੈ ਲਿਆ, ਚੌਥੀ ਮੇਜਰਮੈਂਟ ਤੇ ਲੈ ਲਿਆ, ਪੰਜਵੀਂ ਤੇ ਲੈ ਲਿਆ, ਛੇਵੀਂ ਤੇ ਲੈ ਲਿਆ, 10 ਮੇਜਰਮੈਂਟ ਲੈ ਲਿਆ, ਬਾਅਦ 'ਚ 10 ਮੇਜਰਮੈਂਟ ਦੀ ਐਵਰੇਜ ਕੱਢ ਲਓ। ਅਬ ਸਮਝ ਆ ਗਈ? ਉਹ ਐਵਰੇਜਿੰਗ ਟਾਈਮ ਹੋ ਜਾਣਾ। ਕਲੀਅਰ ਹੋ ਗਿਆ? ਹਾਂਜੀ ਹਾਂਜੀ ਸਰ। ਹਾਂ, ਯਾਨੀ ਹਾਊ ਲੌਂਗ ਦੀ ਟੈਸਟ ਰਨਸ, ਦ ਲੌਂਗਰ ਦੀ ਟੈਸਟਿੰਗ, ਮਤਲਬ ਜਿੰਨਾ ਅਸੀਂ ਟੈਸਟਿੰਗ ਵਾਸਤੇ ਟਾਈਮ ਵੱਧ ਦੇਵਾਂਗੇ, ਉਹਦਾ ਐਵਰੇਜਿੰਗ ਟਾਈਮ ਯਾਨੀ ਅਲਾਉਡ ਕਰਾਂਗੇ, ਬੈਟਰ ਸਾਡਾ ਰਿਜ਼ਲਟ ਆਊਗਾ। ਕਹਿੰਦਾ ਨਹੀਂ ਕਹਿਣਾ, ਅਸੀਂ ਕਹਿੰਦੇ ਨਹੀਂ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ। ਕਹਿਣਾ ਇਹਨੂੰ ਇੱਕ ਵਾਰੀ ਹੋਰ ਕਰ, 2 ਵਾਰੀ ਹੋਰ ਕਰ, 3 ਵਾਰੀ ਹੋਰ ਕਰ। ਮੰਨ ਲਓ ਤੁਸੀਂ OTDR ਦਿਨ 'ਚ 10 ਵਾਰ ਪੜ੍ਹ ਲਿਆ, 10 ਵਾਰ ਪੜ੍ਹ ਲਿਆ। ਪਹਿਲੀ ਵਾਰੀ ਤੁਸੀਂ ਮੰਨ ਲਓ 2 ਘੰਟੇ ਲਏ, ਦੂਜੀ ਵਾਰੀ ਫਿਰ ਤੁਹਾਨੂੰ 1.5 ਘੰਟਾ ਲੱਗਣਾ, ਤੀਜੀ ਵਾਰੀ ਘੰਟਾ ਲੱਗਣਾ, ਚੌਥੀ ਵਾਰੀ ਅੱਧਾ ਘੰਟਾ ਲੱਗਣਾ, ਪੰਜਵੀਂ ਵਾਰ ਫਿਰ 15 ਮਿੰਟ ਲੱਗਣੇ, ਤੇ ਛੇਵੀਂ ਵਾਰ 10 ਮਿੰਟ ਲੱਗਣੇ। ਹੁਣ ਸਮਝ ਆ ਗਈ? ਸੋ ਫਰੀਕੁਐਂਟ ਮੇਜਰਮੈਂਟ ਜਿਹੜੀ ਆ ਨਾ, ਉਹ ਫਿਰ ਸਾਰਾ ਐਵਰੇਜ ਹੋ ਜਾਊਗਾ। ਕਹਿਣਾ ਮੈਂ ਇੰਨਾ ਕੰਮ ਇੰਨੇ 'ਚ ਕਰ ਸਕਦਾ। ਸੋ ਜਿੰਨਾ ਲੌਂਗਰ ਟੈਸਟਿੰਗ ਵਾਸਤੇ ਟਾਈਮ ਪੀਰੀਅਡ ਲੱਗੇ, ਉਹਦੀ ਐਵਰੇਜ ਟਾਈਮ ਜਿਹੜੀ ਆ ਉਹਦੇ ਨਾਲ ਰਿਜ਼ਲਟ ਬੈਟਰ ਹੀ ਆਊਗਾ। ਇਵੈਂਚੁਅਲੀ ਇਨਫ ਡਾਟਾ ਇਜ਼ ਐਵਰੇਜਡ ਫॉर ए गुड ਟੈਸਟ। ਪਤਾ ਲੱਗ ਗਿਆ? तो सानू काफ़ी सारा डाटा मिल जाएगा एवरेज दी गुड टेस्ट वास्ते। एंड कंटिन्यूइंग टू टेस्ट वोंट यील्ड एनी मोर ऑफ एन एक्यूरेट रिजल्ट। ठीक है ना? तो जे असी मान लो सपोज साढ़े को असी लॉन्गर टाइम वास्ते टेस्टिंग की, सानू गुड एवरेजिंग टाइम मिल गया, वो काफ़ी अच्छे रिजल्ट मिल गए। फिर भावें असी लगातार फिर जे असी लगातार भी चलते हैं, फिर कोई जरूरी नहीं है भी सानू एक्यूरेट रिजल्ट वधिया मिले। तो असी ठीक है ना, जिन्ना का टाइम सानू चाहिए उसका एवरेज टाइम पीरियड कढ़ लो। ओके सॉरी, अगला हैगा 13वीं स्लाइड। तो OTDR सैटअप, हाँ हुण एवरेज सैटिंग, हुण जिद्दां मैं एवरेजिंग टाइम सैटअप किया, इत्थे मान लो बहुत घट टाइम लिया, मतलब बहुत टू फ्यू मीनस इत्थे तकरीबन मैं सही जा ले लिया टाइम, इत्थे बहुत ज़्यादा टाइम ले लिया। जो मैं बहुत घट टाइम लैना तो आ देखो ट्रेस इज नॉइजी, नॉइज फ्लोर इज टू हाई। पता लग गया? जो डिस्पले ते ट्रेस आना वो नॉइज आ जाना। जे मैं एवरेजिंग टाइम ज़्यादा ली, मेजरमेंट मान लो 10-15 बारी कर ली, वो एवरेजिंग टाइम ले लिया, फिर ट्रेस स्मूथ आ जाएगा। क्लीयर होगी गल? इतने नॉइज बहुत घट नज़र आ रही। और जे मैं बहुत ज़्यादा ले ली, नो डाउट ट्रेस स्मूथ आ जाएगा, पर मेरा टाइम जो ज़्यादा वेस्ट हो गया। पता लग गया? हाँ बच्चों, हाँ बच्चों, हाँ हाँ जी हाँ जी सर। हुण OTDR दी टाइप्स की आ, टाइप्स की आ देखो, एक आ उन्हें दिखाया फ्लूक ऑप्टिकल फाइबर वेवटेक, अलग अलग है। जिदा ये पोर्टेबल साइज का भी मिलता, एक्चुअली बहुत महंगा इक्विपमेंट है, तुहानूं दिखाऊंगा मैं। तुसीं देखिया होना नैट प्लस वाले जो नैट लगाण आते हैं, जां कनैक्ट वाले आते, रिलायंस वाले आते हैं, जां BSNL वाले आते हैं, तो वो जो नैट लगाते हैं, वो डब्बियां जिहियां हुंदियां, उत्थों जो फाइबर तुहाडे घर नूं जोड़ना, तो पहले तो वो स्पलाइसिंग करते, स्पलाइसर हुंदा नाल क्लीवर हुंदा। पर जो OTDR है वो ज़्यादा एक्सचेंज में असी यूज़ करते हैं। समझ आ गई? ज़्यादा असी उन्होंने एक्सचेंज में यूज़ करते हैं, क्योंकि एक्सचेंज तो मल्टीपल जो डाटा जा रहा, ह्यूज डाटा जा रहा, वो जाता अगे। तो वो डाटा जो अगे जाता, उन्होंने असी देखना भी फाइबर साडा कितों कट्टिया। वो स्पैशल टाइप महंगा बहुत इक्विपमेंट 10 तो 15 लाख का आता है। पर हुण क्योंकि टैक्नोलॉजी काफ़ी फास्ट हो गई है, और प्रोडक्शन भी बहुत फास्ट हो सकता, हुण घट कॉस्ट भी अवेलेबल हो। हेलो, सुन रहे हैं? हाँ जी हाँ जी सर। हाँ, तो कहना मोस्ट कॉमन OTDR यूज ए कंसोल डिजाइन अलाउइंग द यूजर टू अपग्रेड और स्वैप। स्वैप का मतलब चाहे तुम मल्टी मोड या सिंगल मोड, जे सिंगल मोड लेना तो दोनों तरह दी प्रोविजन हो जाए। तो इसे कर कंसोल के आ दोनों तरह की प्रोविजन होती है। मल्टी मोड है तो उन्होंने सिंगल मोड कर सकते, सिंगल मोड है तो उन्होंने मल्टी मोड। स्वैपिंग मीनस समझ आ गई? अदला बदली।
So these offer similar analytical features. These offer similar analytical features to the lab quality OTDRs, but are more rugged and field portable. ਕਹਿੰਦਾ ਜਿਹੜਾ ਅਸੀਂ ਲੈਬ ਕੁਆਲਿਟੀ ਵਾਸਤੇ OTDR ਯੂਜ਼ ਕਰਦੇ ਹਾਂ, ਇਹਦੀਆਂ ਵੀ ਐਨਾਲਿਟੀਕਲ ਫੀਚਰਸ ਉਦਾਂ ਦੇ ਹੀ ਆ ਜਿਹੜਾ ਅਸੀਂ ਫੀਲਡ, ਬਟ ਆਰ ਮੋਰ ਰਗਡ ਐਂਡ ਫੀਲਡ ਪੋਰਟੇਬਲ। तो ज़्यादा रगड़ मजबूत भी है, और फील्ड वास्ते जो फील्ड च यूज़ करते हैं असीं वो तो महंगे महंगे भारे भारे इक्विपमेंट थोड़ी लैके जाने। कहना यार सौखा जा चक देख ला की है। फील्ड्स कैन बी सेव्ड, सॉरी फाइल्स कैन बी सेव्ड टू वेरियस मीडिया एंड लेटर डाउनलोडेड टू PC। ये हम फर्दर फीचर दस्या ये। अच्छा अगे आ जाओ, जिदा हम आ देखा कई तरह के माइक्रो OTDRs भी है, आ 3-4 तरह के दिखाया। माइक्रो OTDRs आर दी नैक्सट जनरेशन ऑफ फास्ट इकोनॉमिकल टेस्ट सैट्स फॉर फील्ड यूज। मतलब जो तुसी फील्ड च जाने, ट्रांसमिशन सेंटर या रिसीविंग एंड तो जो तुसी बाहर जाने फील्ड में, जिते असीं देखना भी सॉरी कितों फाइबर कट्टिया, उत्थे जाके चैकअप करना, असीं टेस्ट करना, देखना, उत्थे असीं इन्हां नूं यूज करते हैं माइक्रो OTDR। माइक्रो मीन है उहदा साइज यानी छोटा, 9-10 मिनट रहेगा बेटे। सो दीज मॉडल्स ऑफर फ्यूअर फीचर्स, घट फीचर ऑफर करते हैं दैन लॉन्गर कंसोल डिजाइन एंड आर करंटली नॉट अपग्रेडेबल। ओके अगे OTDR की टेस्टिंग किया, जनरेट्स ए बेस लाइन ट्रेस, ए विजुअल ऑफ द लिंक, कैन आइडेंटिफाई एंड एवेल्यूएट स्पेसिफिक इवेंट्स इन द लिंक, केबल एक्सेप्टेंस टूल, फॉल्ट लोकेशन टूल एंड एक्सलेंट डॉक्यूमेंटेशन कैपेबिलिटीज। चलो अगे आ देखो, जिदा बंदा ट्रबल शूटिंग देख रहा, सैटअप कर रहा, देखो वो OTDR पे ये गलबात कर रहा, टॉक सैट लगाया, ठीक है ना। तो एक आ सिस्टम पे VFI ये भी ऑप्टिकल ना रिलेटेड ही इक्विपमेंट है, ठीक है। तो ट्रबल शूट का मान लो देखना फॉल्ट कितने, उन्होंने लभना, डिटेक्ट करना, फाइंड करना, फिर उन्होंने करैक्ट करना। चलो हम OTDR ट्रेस जो असीं उन्होंने एनालिसिस किदां करते हैं, देखो वो एनालिसिस किदां करना। हम तुसीं देखिया होना, देखो आ जिहड़ा आप फस्ट एंड आ ये OTDR है, उपर उन्हें उन्होंने सिंबॉलिक रिप्रजेंटेशन च देता जिदा एक्चुअल होंगे आ इक्विपमेंट, थले वो सिंबॉलिक रिप्रजेंटेशन देती स्कीमैटिक, यानी आ OTDR है, आ साडा पैनल है, आ फाइबर इतों लॉन्च किया, फिर आ स्पलाइसिंग आ गई, जिते उन्होंने असीं क्लोज करता भी ढकता भी डस्ट पार्टी करना उपर आ जाए। उस तो बाद रिसीविंग एंड वाला मतलब केबल आ गई, सो आ लॉन्च केबल आ गई, विच स्पलाइस आ गया। देखो पहला की आ कनैक्टर लगाया, ये कौन आ OTDR ब्रैक नाल इनू इन्ना कपल करना, तो कपलिंग डिवाइस ਜਾਂ कनैक्टर कह लो ਜਾਂ कपलिंग डिवाइस कह लो। सो जी ऑप्टिकल फाइबर केब है लॉन्च केबल हो गई, तो आप पैनल का हो गया, इनू पैनल का कहता, आ स्पलाइसर क्लोजर कहता, ये फर्दर फिर पैनल कहता रिसीविंग एंड पे, तो आ रिसीविंग केबल कहती। सो आ लॉन्च केबल है, रिसीविंग केबल है, ठीक है। तो आ फार एंड का रिसीविंग एंड का मतलब दूसरा एंड आ रिसीविंग ते, पता लग गया। कहता कनैक्ट दी OTDR टू ए लॉन्च सप्रैशन रैफरेंस केबल, असी OTDR नूं लॉन्च केबल नाल कनैक्ट कर दिता। द सैकेंडरी एंड ऑफ द लॉन्च केबल विल बी कनैक्टेड टू एन एक्सैस पैनल। हुण जिहड़ा लॉन्च केबल दा आ एंड आ एक्सैस पैनल असी इहनूं कनैक्ट कर दिता इहदे नाल। एट वन एंड ऑफ द फाइबर ऑप्टिक स्पैन अंडर टेस्ट, ठीक है ना। ऑप्शनली ए रिसीव केबल कैन बी अटैच्ड एट दी फार एंड। ओके सो असी ट्रेस जो एनालिसिस करना असी इस तरीके नाल करते हैं सारा कुछ। अगे चलते हैं, की देखते हैं असी डिस्पले ते असी ऑब्जर्व की करते हैं। अगर मान लो सप्लाइस आ गया, वो सप्लाइस तो जी थोड़ा जहा सानू रिफ्लैक्टिव ईवेंट है, नॉन रिफ्लैक्टिंग, वो थोड़ी जी ऐदा की नज़र आए है ना। तो जे कोई कनैक्शन लाया उतों भी लॉस होना, वो ऐदा का नज़र आएगा जोड़ा ऑब्जर्व करते हैं। कई बार सानू कनैक्शन पुअर है ਜਾਂ कोई सानू ਉਹਦਾ गोस्ट इमेज नज़र आता, वो सानू डॉटेड फॉर्म च नज़र आ जाएगा, यानी कि माड़ी गल है। तो जे स्लोप ऑफ दी जी फाइबर है, वैन नो फॉल्ट फॉलो दी स्लोप, फिर स्ट्रेट लाइन जी दिखाएगी पर डाउन दिखाएगी। मीनस फस्ट एंड से जो एंपलीट्यूड ज़्यादा तो थोड़ा जहा डिस्टेंस पा के लॉस हो जाता, घट है, पर लाइन स्ट्रेट है, स्लोप स्लीप स्ट्रेट हो गया ना, फॉल्ट फॉलो दी स्लोप ऑफ दी फाइबर। तो जे आ एंड ऑफ फाइबर ते
ਥੋੜਾ ਜਿਹਾ ਸਾਨੂੰ ਦੇਖੋ ਐਂਪਲੀਟਿਊਡ ਦਿਖਾਏਗਾ ਉਹਦਾ ਜਿਹੜਾ ਪਲਸ ਹੈ, ਪਰ ਨਾਲ ਨਾਲ ਨੋਇਜ਼ ਵੀ ਦਿਖਾਏਗਾ। ਕਲੀਅਰ ਹੋ ਗਈ ਗੱਲ? ਇਦਾਂ ਦਾ ਆਬਜ਼ਰਵੇਸ਼ਨ। ਹੁਣ ਆਪਾਂ ਦੇਖਦੇ ਹਾਂ, ਦੇਖੋ ਹਾਂ ਸਟੂਡੈਂਟਸ, ਹੈਲੋ ਬੋਲੋ। ਹਾਂਜੀ ਹਾਂਜੀ ਸਰ। ਆ ਦੇਖੋ ਅਸੀਂ ਟ੍ਰੇਸ ਦੀ ਜਦੋਂ ਐਨਾਲਿਸਿਸ ਕਰਨੀ, ਇਧਰ ਨੂੰ ਪਾਵਰ ਲਾਸ ਵਰਸਸ ਡਿਸਟੈਂਸ ਯਾਨੀ ਰੇਂਜ, ਯਾਨੀ ਆ ਇੱਕ ਕਿਸਮ ਦਾ ਆਊਟਪੁੱਟ। ਔਰ ਪਾਵਰ ਲਾਸ ਅਸੀਂ ਤੁਹਾਨੂੰ ਪਤਾ ਡੀ ਚ ਵੀ ਮੇਅਰ ਕਰ ਸਕਦੇ ਹਾਂ, ਪਤਾ ਲੱਗ ਗਿਆ, ਵਾਟ ਚ ਵੀ ਕੋਈ ਮੇਅਰ ਕਰ ਸਕਦੇ ਹਾਂ, ਡੀ ਚ ਮੇਅਰ ਕਰਦੇ ਜ਼ਿਆਦਾ। ਜਦੋਂ ਜਦੋਂ ਥੋੜਾ ਡਿਸਟੈਂਸ ਆ, ਦੇਖੋ ਪਲਸ ਐਂਪਲੀਟਿਊਡ ਜ਼ਿਆਦਾ ਆ, ਤਾਂ ਫਿਰ ਵਿਦ ਦੀ ਪੈਸੇਜ ਆਫ ਦਾ ਡਿਸਟੈਂਸ, ਇੱਥੇ ਦੇਖੋ ਇੱਥੇ ਸਾਡਾ ਪਹਿਲਾ ਐਕਸੈਸ ਪੈਨਲ ਆ ਗਿਆ ਸੀ, ਅੱਜ ਵਿੱਚ ਸਪਲਾਈਸ ਆ ਗਿਆ ਸੀ, ਫਿਰ ਦੂਜਾ ਐਕਸੈਸ ਪੈਨਲ ਆ ਗਿਆ ਸੀ, ਹੈ ਨਾ। ਤੋ ਇੱਥੇ ਨੈਚੁਰਲੀ ਐਂਪਲੀਟਿਊਡ ਫਿਰ ਘਟ ਗਿਆ, ਦੇਖੋ ਇੰਨੇ ਡਿਸਟੈਂਸ ਤੇ। ਇੱਥੇ ਸਪਲਾਈਸ ਆਇਆ ਸੀ, ਆ ਤੁਹਾਨੂੰ ਸਪਲਾਈਸ ਦਾ ਇਮੇਜ ਇਦਾਂ ਦਿਖਾਇਆ ਸੀ ਨਾ, ਨॉन ਰਿਫਲੈਕਟਿਵ ਇਦਾਂ ਦਿਖਾਇਆ। ਹੁਣ ਐਸ ਐਕਸੈਸ ਪੈਨਲ ਤੇ ਫਿਰ ਦਿਖਾਤਾ, ਥੋੜਾ ਜਿਹਾ ਐਂਪਲੀਟਿਊਡ ਘਟ ਗਿਆ। ਅੱਗੇ ਰਿਸੀਵਿੰਗ ਐਂਡ ਤੇ ਫਿਰ ਮੈਨੂੰ ਕਿਉਂਕਿ ਆ ਜਿਹੜਾ ਨੈਟ, ਜਿਹੜਾ ਇੰਨਾ ਨੈਟਵਰਕ ਹੈ, ਮੰਨ ਲਓ ਅਸੀਂ ਇੰਨੇ ਨੈਟਵਰਕ ਨੂੰ ਟੈਸਟ ਕਰਨਾ, ਇਹਦੀ ਐਨਾਲਿਸਿਸ ਕਰਨੀ। ਤੋ ਇੱਥੇ ਪਹਿਲਾ ਐਕਸੈਸ ਪੈਨਲ, ਦੂਜਾ ਐਕਸੈਸ ਪੈਨਲ, ਵਿੱਚ ਸੀਗੀ ਸਪਲਾਈਸ, ਸੋ ਇੰਨੇ ਨੂੰ ਅਸੀਂ ਦੇਖ ਸਕਦੇ ਹਾਂ। ਤੋ ਇਹ ਵੀ OTDR ਦੇ ਵਿੱਚ ਪ੍ਰੋਵੀਜ਼ਨ ਹੈ ਵੀ ਤੁਸੀਂ ਜਿਹੜਾ ਪੂਰਾ ਟਰੇਸ ਆ ਉਹਦਾ ਅਲੱਗ-ਅਲੱਗ ਪਾਰਟ ਵੀ ਜ਼ੂਮ ਕਰਕੇ ਦੇਖ ਸਕਦੇ ਹੋ। ਕਲੀਅਰ ਹੋ ਗਈ ਗੱਲ? ਹੈਲੋ ਹਾਂ ਬੱਚੋ, ਹਾਂ ਬੱਚੋ, ਸਰ ਸਰ ਹਾਂ ਹਾਂਜੀ ਹੈ ਨਾ। ਅੱਗੇ ਆ ਦੇਖੋ, ਜਿੱਦਾਂ ਹਾਂਜੀ ਮੈਂ ਸਰ। ਆ ਇੰਨੇ ਪਾਰਟ ਨੂੰ ਮੈਂ ਜ਼ੂਮ ਕਰ ਲਿਆ, ਇੰਨੇ ਪਾਰਟ ਨੂੰ ਮੈਂ ਜ਼ੂਮ ਕਰ ਗਿਆ, ਤੋ ਇੰਨੇ ਪਾਰਟ ਦੀ ਵੀ ਐਨਾਲਿਸਿਸ ਦੇ ਸਕਦੇ ਆ। ਤੇ ਦੋ ਤਰ੍ਹਾਂ ਦੇ ਫਿਰ ਮੈਨੂੰ ਕਰਸਰ ਚਾਹੀਦੇ ਆ। ਆਪਾਂ ਪਹਿਲਾਂ ਇੱਕ ਫਸਟ ਕਰਸਰ ਹੈ, ਕਈ ਵਾਰੀ ਜਿਹੜੇ ਅੱਜ ਕੱਲ੍ਹ ਦੇ OTDR ਆ ਉਹਨਾਂ 'ਚ ਦੋ ਕਰਸਰ ਹੁੰਦੇ ਆ ਮੂਵਮੈਂਟ ਦੀ। ਸੋ ਫਸਟ ਕਰਸਰ ਨੂੰ, ਕਿਉਂਕਿ ਸਾਰੇ ਡਿਜੀਟਲ ਹੈ, ਤੋ ਪਹਿਲੇ ਦੀ ਮੂਵਮੈਂਟ ਕੀਤੀ, ਇਹਨਾਂ ਨੂੰ ਕਿਤੇ ਇੰਨੇ ਪਾਰਟ ਨੂੰ ਅਸੀਂ ਦੇ ਸਕਦੇ, ਵਿੱਚ ਇਹਦੀ ਐਨਾਲਿਸਿਸ ਕਰ ਸਕਦੇ ਹਾਂ। ਮੋਸਟ ਕਾਮਨਲੀ ਯੂਜ਼ਰਸ ਮੈਨੀਪੂਲੇਟ ਟੂ ਕਰਸਰਸ A and B ਟੂ ਇਲਸਟ੍ਰੇਟ what is referred to as 2 point loss, ਦੋ ਪੁਆਇੰਟਾਂ ਦੇ ਲਾਸ ਕੀ ਸੀਗਾ ਜਿੱਦਾਂ, ਠੀਕ ਹੈ ਨਾ, on an OTDR result, ਠੀਕ ਹੈ। this can be used to show loss in a single event or in a group of events, so these cursors can be individually moved left and right, ठीक है, specific points on the result, ठीक है। अगला आ देखो, जे मैं यूज ਕਰਸਰ oblique marks to isolate individual events, ਮੈਂ ਕੋਈ ਇੱਕ ਅੱਧੀ ਵੀ ਦੇਖ ਸਕਦਾ। ਅੱਜ ਤਾਂ ਮੈਂ ਦੋ ਕਰਸਰ ਨੂੰ ਸਿਰਫ ਆ ਸਪਲਾਈਸ ਲਈ ਦੇਖਿਆ, ਹੈ ਨਾ। ਫਿਰ ਮੈਂ ਇਹਦਾ ਲਾਸ ਮੇਅਰ ਕਰਦਾ, ਇਹਦੇ ਸਟਾਰਟ ਤੋਂ ਤੇ ਇੱਥੇ ਤੱਕ। ਆ ਦੇਖੋ ਇੱਧਰ ਲਾਸ ਮੇਅਰ ਹੋ ਜਾਣਾ, ਪਿਛਲੀ ਸਲਾਈਡ ਤੇ ਵੀ ਜਾ ਕੇ ਲਾਸ ਦੇਖ ਲਿਆ, ਅਜੇ ਨਹੀਂ ਦਿਖਾਇਆ, ਅਗਲੀ ਤੇ ਦੇਖ ਲੈਂਦੇ ਹਾਂ। ਤੋ ਪਰਟੀਕੁਲਰ ਆਈਸੋਲੇਸ਼ਨ ਪਾਰਟ ਤੇ ਵੀ ਅਸੀਂ ਲਾਸ ਦੇਖ ਸਕਦੇ ਹਾਂ। ਆ ਦੇਖੋ ਹੁਣ ਇੰਨੇ ਪਾਰਟ ਨੂੰ ਮੈਂ ਜ਼ੂਮ ਕਰ ਲਿਆ, ਪਹਿਲੀ ਜਿੱਥੇ ਪਹਿਲਾ ਐਕਸੈਸ ਪੈਨਲ ਸੀ ਤੇ ਦੂਜਾ ਐਕਸੈਸ ਪੈਨਲ ਸੀ, ਇੱਥੇ ਐਂਪਲੀਟਿਊਡ ਇੰਨਾ, ਇੱਥੇ ਇੰਨਾ, ਲਾਸ ਕਿੰਨਾ ਹੋਇਆ, ਇੰਨਾ। ਸਮਝ ਆ ਗਈ? ਸਮਝ ਆ ਗਈ? हाँ बच्चों, हेलो ਹਾਂਜੀ सर ਹਾਂਜੀ हाँ, अगली स्लाइड, ठीक है ना। तो सो फिजिकल लेंथ ऑफ द फाइबर स्पैन, फिजिकल लेंथ ऑफ द फाइबर स्पैन, तो मैनू इन्ना ਜਿਹੜਾ A ਤੋਂ B ਤੱਕ फाइबर स्पैन ਇਹ ਵੀ ਮੈਂ ਦੇਖ ਸਕਦਾ। तो ਉਹਦੇ ਵਿੱਚ ਲਾਸ ਕਿੰਨਾ, ਜੇ ਮੇਰਾ ਲੈਂਥ ਥੋੜੀ ਜਿਹੀ ਵੱਧ ਗਈ ਤਾਂ ਇੰਨਾ ਲਾਸ ਹੋ ਗਿਆ, ਹੈ ਨਾ, ਇਦਾਂ ਇਹ ਸਾਰਾ, ਕਿਉਂਕਿ ਇਧਰਲੇ ਪਾਸੇ ਲਾਸ ਹੈ, ਇੱਧਰ ਰੇਂਜ ਹੈ। ਫਿਰ ਅੱਗੇ ਕੀ ਆ, ਇਹਦੀਆਂ ਲਿਮਿਟੇਸ਼ਨਸ ਕੀ ਆ, 2-2.5 ਮਿੰਟ ਰਹਿ ਗਿਆ। ਲਿਮਿਟੇਸ਼ਨ, ਦ ਲਿਮਿਟਡ ਡਿਸਟੈਂਸ ਰੈਜ਼ੋਲੂਸ਼ਨ ਆਫ ਦਾ OTDR ਮੇਕਸ ਇਟ ਵੈਰੀ ਹਾਰਡ। ਜੇ ਡਿਸਟੈਂਸ ਘੱਟ ਆ ਉੱਥੇ ਲਿਮਿਟੇਸ਼ਨ ਜ਼ਿਆਦਾ, ਕਿਉਂਕਿ ਲੈਨ ਵਾਸਤੇ ਛੋਟਾ ਡਿਸਟੈਂਸ ਹੁੰਦਾ, ਜਾਂ ਬਿਲਡਿੰਗ ਇਨਵਾਇਰਨਮੈਂਟ ਇੱਕ ਘੱਟ ਡਿਸਟੈਂਸ ਹੁੰਦਾ, ਉੱਥੇ ਕੁਝ 100 ਕਿਲੋਮੀਟਰਸ ਤੱਕ ਹੋ ਸਕਦਾ। ਤਾਂ ਉੱਥੇ ਕੀ ਆ, OTDR ਹੈਜ਼ ਅ ਗ੍ਰੇਟ ਡੀਲ ਆਫ ਡਿਫੀਕਲਟੀ ਰਿਜ਼ੋਲਵਿੰਗ ਸ਼ਾਰਟ ਕੇਬਲਸ ਆਫ ਲੈਨ, ਯਾਨੀ ਜਿਹੜੇ ਘੱਟ ਡਿਸਟੈਂਸ ਤੇ ਆ ਉਹਨੂੰ ਜਲਦੀ ਉਹ ਨਾ ਰਿਜ਼ੋਲਵ ਨਹੀਂ ਕਰ ਪਾਉਂਦਾ OTDR, ਫਿਰ ਗੋਸਟ ਜਾਂ ਇਮੇਜ ਆ ਜਾਂਦੇ ਆ, ਠੀਕ ਹੈ। ਯਾਨੀ ਕਨੈਕਟਰ ਤੋਂ ਰਿਫਲੈਕਸ਼ਨ ਜੀ ਆ ਜਾਂਦੀ ਹੈ, ਜਿਹਨੂੰ ਗੋਸਟ ਇਮੇਜ ਕਹਿੰਦੇ, ਭੂਤ ਵਾਲਾ, ਜਿਹੜਾ ਯੂਜ਼ਰ ਨੂੰ ਕਨਫਿਊਜ਼ ਕਰਦਾ, ਠੀਕ ਹੈ। ਤੋਂ ਅੱਗੇ ਕੀ ਆ, ਬਸ ਅੱਗੇ ਮੇਰੇ ਗੱਲ ਖਤਮ ਹੀ ਹੋ ਗਿਆ। ਹੁਣ ਆ ਜਿਹੜੀਆਂ ਬੁੱਕਸ ਨੂੰ ਰੈਫਰ ਕੀਤਾ, ਠੀਕ ਹੈ, ਥੈਂਕ ਯੂ। ਹਾਂ ਬੱਚੋ, ਕੋਈ ਵਧੀਆ ਲੱਗਾ? ਹਾਂ ਬੱਚੋ, ਹਾਂਜੀ ਹਾਂਜੀ ਸਰ। ਹਾਂਜੀ ਸਰ ਹਾਂ। ਵਧੀਆ ਲੱਗਾ ਜੀ ਬਹੁਤ। ਸੋ ਇਹ ਲੈਕਚਰ ਸੀਗਾ, ਮੈਂ ਤੁਹਾਨੂੰ 4-5 2-3 ਸਲਾਈਡ ਸ਼ੋ ਹੋਰ ਵੀ ਦਿੱਤੇ ਆ, ਤੇ ਪਲੱਸ YouTube ਵੀ ਦਿੱਤੀ ਆ, ਤਾਂ ਤੁਹਾਡੇ ਲਈ ਇਹ ਵੈਲਿਊਏਬਲ ਇਨਫੋਰਮੇਸ਼ਨ ਹੋਵੇ। ਕਲੀਅਰ ਹੋ ਗਈ? ਹੁਣ ਕੋਈ ਗੱਲਬਾਤ ਦੱਸੋ, ਕੋਈ ਹੋਰ ਐਨੀਥਿੰਗ, ਕੋਈ ਹੋਰ? ਕਿੰਨੇ ਬੱਚੇ ਜੁੜੇ ਆ? 6 ਬੱਚੇ ਜੁੜੇ ਬਸ, ਦੇਖੋ ਮੇਰੇ ਇੰਨੇ ਜ਼ੋਰ ਲਾਉਣ ਦੇ ਬਾਵਜੂਦ। ਚਲੋ ਬੱਚਿਓ, 1.5 ਮਿੰਟ ਰਹਿ ਗਿਆ। ਹੁਣ ਹੋਰ ਕੋਈ ਪੁੱਛ ਲਓ। OTDR ਖਤਮ ਹੋ ਗਿਆ, ਲੇਜ਼ਰ LEDs ਖਤਮ ਹੋ ਗਏ, ਕਰੈਕਟਰਿਸਟਿਕਸ ਉਹਨਾਂ ਦੇ ਫੀਚਰ ਸਾਰਾ ਕੁਝ ਖਤਮ ਹੋ ਗਿਆ। ਅੱਗੇ ਆਪਾਂ ਰਿਸੀਵਿੰਗ ਐਂਡ ਸ਼ੁਰੂ ਕਰਾਂਗੇ। ਰਿਸੀਵਰ ਜਾਣੀ ਫੋਟੋ ਡਾਇਓਡ, ਅਵਲਾਂਚ ਫੋਟੋ ਡਾਇਓਡ, ਦੈਨ PIN ਪੋਜ਼ਿਟਿਵ ਇੰਟ੍ਰਿੰਸਿਕ ਡਾਇਓਡ, ਫਿਰ ਰਿਸੀਵਰ ਦੀ ਇਕੁਇਵਲੈਂਟ ਸਰਕਟ, ਉਹਦੇ ਵਿੱਚ ਕਿੱਦਾਂ ਕਿੱਦਾਂ ਦੀਆਂ ਨੋਇਜ਼ ਆਉਣੀਆਂ, ਉਹਦੀ ਸਾਰੀ ਗੱਲ ਕਰਾਂਗੇ। ਪਤਾ ਲੱਗ ਗਿਆ? ਹਾਂਜੀ ਸਰ। ਹਾਂ, ਹੁਣ ਮੈਂ ਸਟਾਪ ਹਾਂਜੀ ਲੱਗਾ ਸਰ। ਕਰਨ, ਤੇ ਤੁਸੀਂ
ਹੁਣ ਸਾਰੇ ਜਣੇ ਵੀਡੀਓ ਆਪਣਾ ਡਿਸਪਲੇ ਕਰ ਲਓ ਤੇ ਸਕਰੀਨਸ਼ਾਟ ਲਗਾਓ ਕਲੀਅਰ हाँ जी सर। ओके ओके स्क्रीनशॉट लगाओ लो वीडियो डिस्प्ले करो हेलो वीडियो डिस्प्ले करो टाइम फिर निकल जाता वीडियो सौरव शर्मा करण हर्ष साहिल वीडियो डिस्प्ले करो बेटे हर्ष करण सौरव साहिल नहीं हो रहा मलिक सोता किसी की भी नहीं स्क्रीनशॉट हाँ वीडियो डिस्प्ले करो बच्चों एक मिनट तो घट रह गया ओके आई एम गोइंग टू एंड दी लेक्चर राइट गुड डे बच्चे हैव ए ग्रेट डे